गावें गंभीर तीर मत सागर, जोगी जंगम ध्यान धरे। गावें इंद्राद भगत प्रहलाद, आत्म रस जिन जानियो। कब कल सुजस गावों गुरु नानक, राज जोग जिन मानियो। मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर घर बास न परियारे। सो कहो टल गुर सेविया, अहनिस सहज सुपाए। दर्शन परसे गुरु कह, जन्म मरण दुख जाय। होवै सिवत खसम दी, नूर अरसों कुरसों चट्टिया। तुद डिठै सच्चे पातशाह, मल जन्म जन्म दी कट्टी है। सज्जन सच्चा पातशाह, सिर शाहां दे शाह। जिस पास बैठिया सोही है, सबना दा वेसा। वाहिगुरु जी पैरों महला पंजवा। निर्वैर पुरख सतगुर प्रभ दाते, हम अपराधी तुम बख्शाते। निर्वैर पुरख सतगुर प्रभ दाते, हम अपराधी तुम बख्शाते। जिस पापी को मिलै ना ढोई, शरण आवे तां निर्मल होई। सुख पाया सतगुरु मनाए, सब फल पाए गुरु त्याए। रहाओ पार ब्रह्म सतगुर आदेश, मन तन तेरा सब तेरा देश। चूका पड़दा तां नदरी आया, खसम तू है सबना के राया। तिस भाना सूके काष्ट हरिया, तिस भाना तां थल सिर सरिया। तिस भाना तां सब फल पाए, चिंत गई लग सतगुर पाए। हराम खोर निर्गुण को तूठा, मन तन शीतल मन अमृत उठा। पार ब्रह्म गुर पै दयाला, नानक दास देख पै निहाला। पार ब्रह्म गुर पै दयाला, नानक दास देख पै निहाला। वाहिगुरु जी का खालसा, वाहिगुरु जी की फतेह। सर्व कला समर्थ, सर्व सुखां दे दाते,
ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਾਵਨ ਗੁਰਬਾਣੀ ਦਾ ਕੀਰਤਨ ਦਾ ਆਨੰਦ ਮਾਣਦੇ ਹਾਂ। ਕਰਤਾ ਪੁਰਖ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ, ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਅਮੋਲ ਬਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਜ਼ਿੰਦਗੀ ਅੰਦਰ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੇ ਲਈ ਗੁਰੂ ਦੀ ਲੋੜ ਹੈ। ਗੁਰੂ ਤੋਂ ਬਿਨਾਂ ਉਸ ਪਰਮਾਤਮਾ ਦਾ ਸਾਨੂੰ ਗਿਆਨ ਹੋ ਹੀ ਨਹੀਂ ਸਕਦਾ। ਗੁਰਬਾਣੀ 'ਚ ਵਾਰੰਵਾਰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ ਅਗਨ ਕਟਹਿ ਸਭ ਤੇਰੇ। ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਹੈ, ਗੁਰੂ ਤੋਂ ਬਿਨਾਂ ਸਾਨੂੰ ਪਰਮਾਤਮਾ ਦੀ ਸੋਝੀ ਨਹੀਂ ਹੋ ਸਕਦੀ, ਗੁਰੂ ਤੋਂ ਬਿਨਾਂ ਸਾਡੀ ਸੁਰਤ ਰੱਬ ਵਾਲੇ ਬੰਨੇ ਲੱਗ ਹੀ ਨਹੀਂ ਸਕਦੀ। ਜਿੰਨੀਆਂ ਮਰਜ਼ੀ ਆਪਾਂ ਧਿਆਨ ਧਰੀਏ, ਯਤਨ ਕਰੀਏ, ਸਾਧਨਾ ਕਰੀਏ, ਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਜਿੱਥੇ ਗੁਰੂ ਦੀ ਸਾਡੀ ਜ਼ਿੰਦਗੀ 'ਚ ਲੋੜ ਹੈ, ਗੁਰੂ ਦੀ ਬੇਅੰਤ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕੀਤੀ ਹੋਈ ਹੈ। ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਜਿੱਥੇ ਬਚਨ ਕੇ ਸਤਿਪੁਰਖ ਜਿਨ ਜਾਣਿਆ, ਸਤਿਗੁਰੂ ਤਿਸ ਕਾ ਨਾਮ। ਗੁਰੂ ਉਹ ਹੈ, ਸਤਿਗੁਰੂ ਉਹ ਹੈ ਜਿਹਨੇ ਸਤਿਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ, ਜੋ ਉਹਦੇ ਵਿੱਚ ਅਭੇਦ ਹੈ। ਜਦੋਂ ਗੁਰੂ ਪਰਮਾਤਮਾ ਦੇ ਵਿੱਚ ਲਿਵਲੀਨ ਹੈ, ਗੁਰੂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਤੇ ਪਰਮਾਤਮਾ ਇੱਕ ਹੈ। ਗੁਰ ਪੂਰਨ ਨਾਰਾਇਣ ਹੈ, ਪਾਰ ਬ੍ਰਹਮ ਗੁਰ ਨਾਹੀ ਭੇਦ। ਸਤਿਗੁਰੂ ਜੀ ਦੇ ਬਚਨ ਕੇ 120 ਵਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰੂ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ब्रह्म में जन, जन में पार ब्रह्म, एक आप नहीं कस परम। सहज सियानप लिया न जाइए, नानक ऐसा गुर वड भागी पाइए। ब्रह्म में जन, जन में पार ब्रह्म। गुरु परमात्मा च लिवलीन है, परमात्मा गुरु च लिवलीन है। गुरु ते परमात्मा विच कोई अंतर नहीं रह जाता। शरीर करके गुरु भावें संसार च होए आकार करके, पर आत्मक तौर पर वह परमात्मा च लिवलीन होंदा है। दरअसल उस ज्ञान नूं गुरु किया है, शरीर नूं गुरु किया ही नहीं है। सो साहब जी कहते अजिहा गुरु जिंदगी च वड्डे भागां नाल मिलदा है, सियाणपां नाल, चतराइयां चलाकियां नाल नहीं। ऐसा गुरु वड भागी पाइए। वड्डे भागां दे नाल अजिहा गुरु मिलदा है। ते उस गुरु की वडियाई की है, अमर दृष्ट पेखे होए संत, गुण बेअंत कीमत नहीं पाए। ਉਹ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਹੀ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ। ਉਸ ਗੁਰੂ ਕੇ ਬਚਨਾਂ ਨਾਲ ਮਨੁੱਖ ਦੀ ਜ਼ਿੰਦਗੀ ਬਦਲ ਜਾਂਦੀ ਹੈ। ਅੰਮ੍ਰਿਤ ਬਾਣੀ 'ਚ ਗੁਰੂ ਕੇ ਬਚਨ ਨੇ ਕਿ ਕੱਚੋਂ ਕੰਚਨ ਪਇਓ, ਸ਼ਬਦ ਗੁਰ ਸਰਵਣੈ ਸੁਣਿਓ। ਜਦੋਂ ਗੁਰੂ ਦੇ ਬਚਨ ਨੂੰ, ਗੁਰੂ ਕੇ ਸ਼ਬਦ ਨੂੰ ਕੰਨਾਂ ਨਾਲ ਸੁਣਿਆ, ਧਿਆਨ ਨਾਲ ਸੁਣਿਆ, ਸੁਰਤ ਲਗਾ ਕੇ ਸੁਣਿਆ, ਕੱਚੋਂ ਕੰਚਨ ਪਇਓ। ਕੱਚ ਤੋਂ ਮਨੁੱਖ ਦੀ ਜ਼ਿੰਦਗੀ ਕੰਚਨ ਦਾ ਅਰਥ ਹੈ ਸੋਨੇ ਵਰਗੀ ਬਣ ਗਈ। ਕੱਚ ਨਿਕੰਮੀ ਜੀ ਚੀਜ਼ ਹੈ, ਕੱਚ ਦੇ ਮੁਕਾਬਲੇ ਕੰਚਨ ਸੋਨਾ ਕਿੰਨਾ ਮਹਾਨ ਹੈ। ਕੱਚੋਂ ਕੰਚਨ ਪਇਓ, ਸ਼ਬਦ ਗੁਰ ਸਰਵਣੇ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪਣਿਓ। ਬਿਖ ਕਹਿੰਦੇ ਨੇ ਜ਼ਹਿਰ ਨੂੰ। ਗੁਰੂ ਨੇ ਜੋ ਆਪਣੇ ਮੁਖ ਤੋਂ ਨਾਮ ਅੰਮ੍ਰਿਤ ਦੀ ਦਾਤ ਦਿੱਤੀ, ਜਦੋਂ ਉਹਦੇ ਨਾਲ ਜੁੜੇ
ਸਾਡੇ ਅੰਦਰ ਜਿਹੜੀ ਜ਼ਹਿਰ ਭਰੀ ਸੀ, ਸਾਡੇ ਅੰਦਰ ਵਿਕਾਰਾਂ ਦੀ ਜ਼ਹਿਰ, ਔਗਣਾਂ ਦੀ ਜ਼ਹਿਰ, ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੀ ਜ਼ਹਿਰ ਹੈ, ਜ਼ਹਿਰ ਹੀ ਜ਼ਹਿਰ ਹੈ ਭਰੀ ਪਈ। ਵਿਖ ਤੇ ਅੰਮ੍ਰਿਤ ਹੋਇਓ, ਇਹ ਸਾਡੀ ਅਵਸਥਾ ਅੰਮ੍ਰਿਤ ਬਦਲ ਗਈ। ਉਹ ਜਿਹੜਾ ਅਹੰਕਾਰ ਸੀ ਨਾ, ਉਹ ਅਹੰਕਾਰ ਜਿਹੜਾ ਸੀ ਉਹ ਨਿਮਰਤਾ 'ਚ ਬਦਲ ਗਿਆ। ਕ੍ਰੋਧ ਜਿਹੜਾ ਸੀ ਉਹ ਪਰਉਪਕਾਰ 'ਚ ਬਦਲ ਗਿਆ। ਅੰਮ੍ਰਿਤ ਬਣ ਗਈ ਇਹ ਚੀਜ਼। ਸਾਹਿਬ ਜੀ ਕਹਿੰਦੇ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਤਾਰੇ। ਜਦੋਂ ਗੁਰੂ ਦੀ ਦਇਆ ਦ੍ਰਿਸ਼ਟੀ ਹੋਈ, ਸਾਡੀ ਜ਼ਿੰਦਗੀ ਲੋਹੇ ਵਰਗੀ ਨਿਕੰਮੀ ਸੀ, ਪਰ ਇਹ ਲਾਲ ਬਣ ਗਈ, ਕੀਮਤੀ ਰਤਨ ਬਣ ਗਈ। ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ। ਜੋ ਗੁਰੂ ਨੇ ਗਿਆਨ ਦਿੱਤਾ, ਜਦੋਂ ਉਸ ਗਿਆਨ ਨੂੰ ਹਿਰਦੇ 'ਚ ਵਸਾ ਲਿਆ, ਤੇ ਸਤਿਗੁਰੂ ਜੀ ਕਹਿੰਦੇ ਸਾਡਾ ਇਹ ਮਨ ਜਿਹੜਾ ਪੱਥਰ ਵਰਗਾ ਸੀ ਨਾ, ਇਹ ਐਨ ਮਾਣਕ ਬਣ ਗਿਆ, ਮੋਲਕ ਬਣ ਗਿਆ, ਰਤਨ ਬਣ ਗਿਆ। ਇੱਥੇ ਬਸ ਨਹੀਂ ਹੈ। ਸਤਿਗੁਰ ਚਰਨ ਜਿਨ ਪਰਸਿਆ, ਪਸ ਪ੍ਰੇਤ ਸੁਰ ਨਰ ਪਏ। ਜਿਨ੍ਹਾਂ ਨੇ ਗੁਰੂ ਕੇ ਚਰਨ ਪਰਸ ਲਏ, ਉਹ ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣ ਗਏ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਇਤਿਹਾਸ ਅਸੀਂ ਪੜ੍ਹਦੇ ਹਾਂ। ਗੁਰੂ ਕੇ ਚਰਨ ਪਰਸੇ, ਜਿਹਨੂੰ ਆਪਾਂ ਸੱਜਣ ਠੱਗ ਕਹਿੰਦੇ ਹਾਂ, ਗੁਰੂ ਕੇ ਬਚਨ ਸੁਣਦੇ ਹਾਂ, ਗੁਰੂ ਕੇ ਚਰਨ ਪਰਸਦੇ ਹਾਂ, ਗੁਰੂ ਕੇ ਦੀਦਾਰ ਕਰਦੇ ਹਾਂ, ਉਹ ਸੱਜਣ ਸੰਤ ਬਣ ਗਿਆ, ਰੱਬ ਦਾ ਪਿਆਰਾ ਬਣ ਗਿਆ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਕੌਡੇ ਰਾਖਸ਼ ਨੇ, ਜਿਹੜਾ ਮਾਂਸ ਖਾਣਾ ਸੀ, ਮਨੁੱਖਾਂ ਨੂੰ ਖਾ ਜਾਣ ਵਾਲਾ, ਪਰ ਗੁਰੂ ਕੇ ਦਰਸ਼ਨ ਕਰਦੇ ਹੋ ਸਿੱਖੀ ਦਾ ਪ੍ਰਚਾਰਕ ਬਣ ਗਿਆ, ਮਹਾਨ ਸੰਤ ਬਣ ਗਿਆ। ਇਹ ਗੁਰੂ ਕੇ ਦਰਸ਼ਨਾਂ ਦਾ ਪ੍ਰਭਾਵ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਦ ਗੁਰੂ ਦੇ ਚਰਨਾਂ ਨਾਲ ਜੁੜੇ, ਜਦ ਗੁਰੂ ਕੀ ਹਜ਼ੂਰੀ ਚਾਹੇ, ਮੈਨੂੰ ਜ਼ਿੰਦਗੀ ਦੇ ਸਾਰੇ ਸੁੱਖ ਮਿਲ ਗਏ, ਜੋ ਚਾਹੀਦਾ ਸੀ ਉਹ ਮਿਲ ਗਿਆ। ਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰਦਾ ਹੈ। ਗੁਰੂ ਸਾਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਸੋਝੀ ਦਿੰਦਾ ਹੈ, ਉਹਦੇ ਵਿੱਚ ਲਿਵਲੀਨ ਕਰਦਾ ਹੈ। ਜਦੋਂ ਕੋਈ ਪਰਮਾਤਮਾ 'ਚ ਲਿਵਲੀਨ ਹੋ ਜਾਂਦਾ ਹੈ, ਉਹਨੂੰ ਤੇ ਕਿਸੇ ਪਦਾਰਥ ਦੀ ਕਮੀ ਨਹੀਂ ਰਹਿੰਦੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਗੁਰੂ ਨੂੰ ਪਰਮਾਤਮਾ ਦਾ ਰੂਪ ਦੱਸ ਕੇ ਪਰਮਾਤਮਾ ਦੀ, ਗੁਰੂ ਦੀ ਮਹਿਮਾ ਗਾਇਨ ਕਰਦੇ ਹਾਂ। ਗੁਰੂ ਦੀ ਕਿਰਪਾ ਸਦਕਾ ਜੋ ਮਨੁੱਖ ਦੀ ਜ਼ਿੰਦਗੀ ਅੰਦਰ ਤਬਦੀਲੀ ਆਉਂਦੀ ਹੈ, ਜਾਂ ਮਨੁੱਖ ਜਿੰਨਾ ਮਹਾਨ ਬਣ ਜਾਂਦਾ ਹੈ, ਉਸ ਬਖਸ਼ਿਸ਼ ਦਾ ਜ਼ਿਕਰ ਕਰਕੇ ਸਾਨੂੰ ਵੀ ਗੁਰੂ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ ਕਰ ਰਹੇ ਨੇ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਕੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋਂ ਮਹਿਲਾ ਪੰਜਵਾਂ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ। ਗੁਰੂ ਕੇ ਇਹ ਅਮੋਲ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1141 ਤੇ ਅੰਕਿਤ ਹਨ। ਗੁਰੂ ਅਰਜਨ ਦੇਵ ਜੀ ਦਾ ਇਹ ਭੈਰੋਂ ਰਾਗ ਦਾ ਜੋ ਪਵਿੱਤਰ ਮੁੱਖ ਵਾਕ ਹੈ, ਇਸ ਦੀਆਂ ਜੋ ਮੁੱਖ ਕੇਂਦਰੀ ਪੰਕਤੀਆਂ ਨੇ, ਸਾਹਿਬ ਕਹਿੰਦੇ ਸੁਖ ਪਾਇਆ ਸਤਿਗੁਰੂ ਮਨਾਏ, ਸਫਲ ਪਾਏ ਗੁਰੂ ਧਿਆਏ। ਵੀ ਜਦੋਂ ਮੈਂ ਗੁਰੂ ਨੂੰ ਮਨਾ ਲਿਆ, ਭਾਵ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰ ਲਿਆ। ਹੁਣ ਗੁਰੂ ਤਾਂ ਕੋਈ ਰੁੱਸਿਆ ਹੋਇਆ ਨਹੀਂ ਹੈ ਜਿਹਨੂੰ ਮਨਾਉਣਾ। ਗੁਰੂ ਨੂੰ ਮਨਾਉਣ ਦਾ ਅਰਥ ਹੈ ਕਿ ਜਦੋਂ ਸਾਡਾ ਮਨ ਗੁਰੂ ਦੇ ਬਚਨਾਂ 'ਚ ਲਿਵਲੀਨ ਹੋ ਗਿਆ, ਜਦੋਂ ਗੁਰੂ ਕੇ ਬਚਨ ਸਾਡੇ ਹਿਰਦੇ 'ਚ ਵਸ ਕੇ, ਜਦੋਂ ਅਸੀਂ ਗੁਰੂ ਕੇ ਬਚਨਾਂ ਅਨੁਸਾਰ ਜ਼ਿੰਦਗੀ ਜਿਉਣ ਲੱਗ ਪਏ, ਗੁਰੂ ਦੀ ਬਖਸ਼ਿਸ਼ ਹੋ ਗਈ। ਇਹ ਹੈ ਗੁਰੂ ਨੂੰ ਮਨਾਉਣਾ, ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਣੀ, ਗੁਰੂ ਜੀ ਨਜ਼ਰੇ ਰਹਿਮਤ ਦੇ ਪਾਤਰ ਬਣ ਜਾਣਾ ਹੈ। ਕਹਿੰਦੇ ਜਦੋਂ ਮੈਂ ਗੁਰੂ ਨੂੰ ਮਨਾ ਲਿਆ, ਮੈਨੂੰ ਆਤਮਿਕ ਸੁੱਖ ਮਿਲਿਆ, ਆਨੰਦ ਮਿਲਿਆ। ਦੁਨਿਆਵੀ ਪਦਾਰਥ ਸਾਡੀਆਂ ਲੋੜਾਂ ਨੇ, ਚਾਹੀਦੇ ਨੇ। ਖਾਣ ਲਈ ਭੋਜਨ ਚਾਹੀਦਾ ਹੈ, ਪਹਿਨਣ ਲਈ ਕੱਪੜਾ ਚਾਹੀਦਾ ਹੈ, ਰਹਿਣ ਲਈ ਘਰ ਚਾਹੀਦਾ ਹੈ, ਆਉਣ ਜਾਣ ਦੇ ਸਾਧਨ ਚਾਹੀਦੇ ਨੇ। ਇਹ ਦੁਨਿਆਵੀ ਲੋੜਾਂ ਨੇ, ਇਹਨਾਂ 'ਚੋਂ ਸੁੱਖ ਨਹੀਂ ਮਿਲ ਸਕਦਾ। ਇਹ ਸਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਆ। ਰੋਟੀ ਖਾ ਕੇ ਸਾਡੀ ਸਰੀਰਕ ਭੁੱਖ ਤਾਂ ਮਿਟ ਸਕਦੀ ਹੈ, ਪਰ ਕੋਈ ਬੰਦਾ ਕਿ ਬਹੁਤ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੋਣਗੇ ਮੈਂ ਸੁਖੀ ਹੋ ਜਾਵਾਂਗਾ। ਦੁੱਖ ਨਾ ਬਹੁਤ ਨੇ ਪਕਵਾਨ ਖਾਣ ਵਾਲੇ। ਜਿੰਨਾ ਬੰਦਾ ਜ਼ਿਆਦਾ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਖਾਂਦਾ ਹੈ, ਉਹਨੇ ਤਰ੍ਹਾਂ ਤਰ੍ਹਾਂ ਦੇ ਸਰੀਰ 'ਚ ਰੋਗ ਵੀ ਆਈ ਚਲੇ ਜਾਂਦੇ ਨੇ।
ਭੋਜਨ ਸਾਡੀ ਜ਼ਿੰਦਗੀ ਦੀ ਲੋੜ ਹੈ ਜਿਉਂਦੇ ਰਹਿਣ ਦੇ ਲਈ, ਪਰ ਭੋਜਨ ਸਾਨੂੰ ਸੁੱਖਾਂ ਦੀ ਦਾਤ ਨਹੀਂ ਦੇ ਸਕਦਾ। ਕੱਪੜੇ ਜ਼ਰੂਰੀ ਨੇ, ਘਰ ਜ਼ਰੂਰੀ ਹੈ, ਪਰ ਇਹ ਘਰ ਸਾਨੂੰ ਸੁੱਖ ਨਹੀਂ ਦੇ ਸਕਦੇ। ਇਹ ਤੇ ਸਾਨੂੰ ਠੰਡ ਤੋਂ ਬਚਾ ਸਕਦੇ, ਗਰਮੀ ਤੋਂ, ਵਰਖਾ ਤੋਂ ਬਚਾ ਸਕਦੇ। ਪਰਿਵਾਰਕ ਤੌਰ ਤੇ ਅਸੀਂ ਘਰ 'ਚ ਰਹਿ ਕੇ ਆਪਣੀ ਜ਼ਿੰਦਗੀ ਦਾ ਟਾਈਮ ਸੋਹਣਾ ਗੁਜ਼ਾਰ ਸਕਦੇ ਹਾਂ। ਜੇ ਸੁੱਖ ਘਰ ਵਿੱਚੋਂ ਮਿਲਦਾ ਹੋਏ ਫਿਰ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਬੇਅੰਤ ਲੋਕਾਂ ਦੇ ਕੋਲ ਬੜੇ ਬੜੇ ਸੋਹਣੇ ਘਰ ਨੇ, ਬੜੇ ਬੜੇ ਕੀਮਤੀ ਘਰ ਨੇ। ਉਹ ਲੋਕ ਤੇ ਸੁਖੀ ਹੋਣੇ ਚਾਹੀਦੇ ਆ ਨਾ। ਚਲੋ ਜਿਨ੍ਹਾਂ ਕੋਲ ਘਰ ਨਹੀਂ ਹੈ, ਜਾਂ ਇਵੇਂ ਕਹਿ ਲਓ ਜਿਨ੍ਹਾਂ ਕੋਲ ਛੋਟਾ ਘਰ ਹੈ ਉਹ ਥੋੜ੍ਹੇ ਸੁਖੀ ਹੋਣ, ਜਿਨ੍ਹਾਂ ਕੋਲ ਵੱਡਾ ਘਰ ਉਹ ਬਹੁਤ ਸੁਖੀ ਹੋਣੇ ਚਾਹੀਦੇ ਨੇ। ਫਿਰ ਤੇ ਦੁਖੀਆਂ ਦੀ ਗਿਣਤੀ ਘੱਟ ਹੋਣੀ ਚਾਹੀਦੀ ਹੈ ਧਰਤੀ 'ਤੇ। ਪਰ ਇਹ ਘਰ ਸਾਡੀ ਲੋੜ ਪੂਰੀ ਕਰ ਸਕਦੇ ਨੇ। ਘਰ ਸਾਨੂੰ ਸੁੱਖ ਨਹੀਂ ਦੇ ਸਕਦੇ। ਸੁੱਖ ਤੇ ਸਾਨੂੰ ਅੰਦਰੋਂ ਲੱਭਣਾ ਹੈ। ਸੁੱਖ ਕਿਤੇ ਬਾਹਰਲੀ ਵਸਤੂ ਵਿੱਚ ਨਹੀਂ ਹੈ। ਸੁੱਖ ਕਦੋਂ ਮਿਲਦਾ ਹੈ? ਜਦੋਂ ਅਸੀਂ ਗੁਰੂ ਕੀ ਰਹਿਮਤ ਪ੍ਰਾਪਤ ਕਰ ਲੈਂਦੇ ਹਾਂ। ਸੁੱਖ ਜਾਂ ਦੁੱਖ ਜਿਹੜਾ ਹੈ ਇਹ ਤੁਹਾਡੇ ਮਨ ਦਾ ਸਟੇਟਸ ਹੈ, ਇਹ ਤੁਹਾਡੇ ਮਨ ਦੀ ਅਵਸਥਾ ਕਰਕੇ। ਕਈ ਵਾਰੀ ਘਰ ਹੈ, ਕਾਰੋਬਾਰ ਹੈ, ਬੜੇ ਸੁੰਦਰ ਕੱਪੜੇ ਨੇ, ਸਭ ਕੁਝ ਹੈ, ਰਿਸ਼ਤੇਦਾਰ, ਧੀਆਂ ਪੁੱਤਰ, ਰੁਤਬਾ ਸਭ ਕੁਝ ਹੈ, ਪਰ ਬੰਦਾ ਬਹੁਤ ਪਰੇਸ਼ਾਨ ਹੁੰਦਾ। ਉਹਨੂੰ ਦੇਖੋ ਐਨ ਵਿਚਾਰਾ ਇੰਨਾ ਬੇਚੈਨ ਹੁੰਦਾ, ਉਹਨੂੰ ਨੀਂਦ ਹੀ ਨਹੀਂ ਆਉਂਦੀ। ਉਹਦਾ ਕਾਰਨ ਕਿ ਉਹਦੇ ਮਨ ਵਿੱਚ ਕੋਈ ਇਹੋ ਜਿਹੀ ਚੀਜ਼ ਚੱਲ ਰਹੀ ਹੈ ਜਿਹਨੇ ਉਹਨੂੰ ਪਰੇਸ਼ਾਨ ਕਰ ਦਿੱਤਾ। ਤੇ ਕਈ ਉਹ ਲੋਕ ਵੀ ਨੇ ਜਿਨ੍ਹਾਂ ਕੋ ਬਾਹਰੀ ਤੌਰ ਤੇ ਕੋਈ ਸਾਧਨ ਬਹੁਤ ਵਧੀਆ ਨਹੀਂ ਹੈ। ਹੋ ਸਕਦਾ ਉਹ ਕਿਤੇ ਇਕੱਲੇ ਕਾਂ 'ਚ ਬੈਠੇ ਹੋਣ, ਲੇਕਿਨ ਬੜੇ ਪ੍ਰਸੰਨ ਹੁੰਦੇ ਨੇ। ਉਹਨਾਂ ਦੇ ਮਨ ਵਿੱਚ ਕੁਝ ਇਹੋ ਜਿਹੀ ਚੀਜ਼ ਆ ਗਈ, ਉਹ ਬੜੇ ਪ੍ਰਸੰਨ ਨੇ। ਸੁੱਖ ਤੇ ਦੁੱਖ ਦਾ ਸੰਬੰਧ ਤੁਹਾਡੀ ਮਨੋ ਅਵਸਥਾ ਦੇ ਨਾਲ ਹੈ। ਮਨ 'ਚ ਵਿਕਾਰ ਨੇ, ਕ੍ਰੋਧ ਹੈ, ਹੰਕਾਰ ਹੈ, ਚਿੰਤਾ ਹੈ। ਦੁਨੀਆ ਦਾ ਕੋਈ ਪਦਾਰਥ ਤੁਹਾਨੂੰ ਸੁਖੀ ਨਹੀਂ ਕਰ ਸਕਦਾ। ਜੇ ਮਨ ਵਿੱਚ ਤੁਹਾਡੇ ਵਾਹਿਗੁਰੂ ਜੀ ਦੇ ਪਿਆਰ ਸਦਕਾ, ਕਿਰਪਾ ਸਦਕਾ ਸ਼ੁਭ ਗੁਣ ਨੇ, ਪਰਉਪਕਾਰ ਹੈ, ਔਰ ਤੁਸੀਂ ਜਿੱਥੇ ਵੀ ਬੈਠੇ ਹੋ, ਬਾਹਰੀ ਤੌਰ ਤੇ, ਸਰੀਰਕ ਤੌਰ ਤੇ ਤੁਸੀਂ ਕਿੱਥੇ ਬੈਠੇ ਇਹ ਗੱਲ ਮਾਇਨੇ ਨਹੀਂ ਰੱਖਦੀ। ਕਿਉਂਕਿ ਸਾਡੇ ਕੋਲ ਉਦਾਹਰਣਾਂ ਨੇ। ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਸਿੱਖ ਭਾਈ ਮਨਸੁਖ, ਲਾਹੌਰ ਦਾ ਰਹਿਣ ਵਾਲਾ ਇਹ ਵਪਾਰੀ ਹੈ, ਧਨਾਢ ਹੈ। ਸੁਲਤਾਨਪੁਰ ਆਇਆ, ਗੁਰੂ ਕੇ ਦੀਦਾਰ ਕੀਤੇ, ਗੁਰੂ ਦੇ ਪਿਆਰ 'ਚ ਰੰਗਿਆ ਗਿਆ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ, ਗੁਰਬਾਣੀ ਯਾਦ ਕਰਕੇ ਕੁਝ ਲਿਖ ਕੇ ਲੈ ਗਿਆ। ਗੁਰੂ ਗੁਰੂ ਜਪਦਾ ਆਪਣੀ ਕਿਰਤ ਕਰ ਰਿਹਾ। ਉਹਨਾਂ ਸਮਿਆਂ 'ਚ ਇਹਦਾ ਟਾਪੂਆਂ 'ਚ ਵਪਾਰ ਸੀ। ਸੰਗਲਾ ਦੀਪ ਜਿਹਨੂੰ ਲੰਕਾ ਕਹਿੰਦੇ ਨੇ, ਇਸ ਇਲਾਕੇ 'ਚ ਗਿਆ ਵਪਾਰ ਦੇ ਹਿੱਤ। ਕਹਿੰਦੇ ਨੇ ਜਿਸ ਇਲਾਕੇ 'ਚ ਗਿਆ ਉਸ ਇਲਾਕੇ ਦੇ ਲੋਕ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਮੰਗਲਵਾਰ ਨੂੰ ਵਰਤ ਰੱਖਦੇ ਸਨ, ਲੇਕਿਨ ਇਹ ਗੁਰੂ ਦਾ ਪੁਜਾਰੀ, ਗੁਰੂ ਦੇ ਪਿਆਰ ਜੁੜਿਆ ਰੱਬ ਦਾ ਪੁਜਾਰੀ ਬਣ ਗਿਆ। ਇਹਨੇ ਰੋਟੀ ਪਾਣੀ ਤਿਆਰ ਕੀਤਾ ਤੇ ਜਿਵੇਂ ਗੁਰੂ ਕੇ ਸਿੱਖ ਦਾ ਫਰਜ਼ ਹੈ, ਆਓ ਬਈ ਲੰਗਰ ਪਾਣੀ ਤਿਆਰ, ਜਿਹਨੇ ਛਕਣੇ ਛਕ ਲਓ। ਉੱਥੇ ਰਾਜੇ ਦਾ ਹੁਕਮ ਸੀ ਕਿ ਇਸ ਦਿਨ ਕੋਈ ਚੁੱਲ੍ਹੇ 'ਚ ਅੱਗ ਨਹੀਂ ਪਾਏਗਾ, ਅੱਜ ਕਿਸੇ ਦੇਵਤੇ ਦਾ ਦਿਨ ਹੈ। ਲੇਕਿਨ ਇਹਨੇ ਪਾ ਲਈ, ਇਹਦੀ ਖਬਰ ਪਹੁੰਚ ਗਈ ਹੈ ਰਾਜੇ ਕੋਲ। ਰਾਜੇ ਨੇ ਇਹਨੂੰ ਕੈਦੀ ਬਣਾ ਲਿਆ ਵੀ ਤੂੰ ਸਾਡੇ ਧਰਮ ਕਾਨੂੰਨ ਦੀ ਉਲੰਘਣਾ ਕੀਤੀ ਹੈ। ਹੈਰਾਨੀ ਦੀ ਗੱਲ ਹੈ, ਧਰਮ ਮਨੁੱਖ ਨੂੰ ਸੁੱਖ ਦਿੰਦਾ ਹੈ। ਧਰਮ ਦੇ ਨਾਂ ਤੇ ਕਿਸੇ ਨੂੰ ਗਿਆਨ ਨਹੀਂ, ਉਹਨੂੰ ਸਮਝਾ ਦਿੱਤਾ ਜਾਏ, ਲੇਕਿਨ ਧਰਮ ਦੇ ਨਾਂ ਤੇ ਕੈਦੀ ਬਣਾ ਦੇਣਾ, ਧਰਮ ਦੇ ਨਾਂ ਤੇ ਮਾਰ ਦੇਣਾ, ਧਰਮ ਦੇ ਨਾਂ ਤੇ ਘਰ ਸਾੜ ਦੇਣੇ, ਇਹ ਮਨੁੱਖ ਦੀ ਇਹਦੋਂ ਵੱਡੀ ਅਗਿਆਨਤਾ ਕੀ ਹੋ ਸਕਦੀ ਹੈ? ਕਦੀ ਪਸ਼ੂਆਂ ਦੇ ਘਰ ਸਾੜਦੇ ਦੇਖੇ ਤੁਸੀਂ? ਕਦੀ ਪਸ਼ੂਆਂ ਨੂੰ ਏਦਾਂ ਮਾਰਦੇ ਦੇਖੇ ਨੇ ਕਿ ਤੂੰ ਦੂਜੀ ਬਰਾਦਰੀ ਦਾ? ਇਹ ਅਗਿਆਨਤਾ ਮਨੁੱਖੀ ਸਮਾਜ ਵਿੱਚ ਹੈ। ਤੇ ਕੇਵਲ ਮਨੁੱਖੀ ਸਮਾਜ ਵੀ ਆਪਾਂ ਦੇਖੀਏ, ਸਾਡੇ ਮੁਲਕ ਅੰਦਰ ਬਹੁਤ ਹੀ ਹੈ ਸਗੋਂ ਜਿਹੜੇ ਕਹਿੰਦੇ ਕਿ ਆਪਾਂ ਬਹੁਤ ਧਰਮੀ ਹਾਂ। ਧਰਮ ਦੇ ਨਾਂ ਤੇ ਲੜਾਈਆਂ, ਧਰਮ ਦੇ ਨਾਂ ਤੇ ਦੰਗੇ। ਕੈਦੀ ਬਣਾ ਲਿਆ ਭਾਈ ਸਾਹਿਬ ਨੂੰ। ਛੋਟਾ ਜਿਹਾ ਰਜਵਾੜਾ ਹੋਏਗਾ, ਰਾਤ ਦਾ ਵੇਲਾ ਹੈ, ਭਾਈ ਸਾਹਿਬ ਇੱਥੇ ਬੈਠੇ ਗੁਰੂ ਕੀ ਬਾਣੀ ਬੜੇ ਪਿਆਰ ਦੇ ਨਾਲ ਗਾ ਰਹੇ ਨੇ, ਬੜੇ ਪਿਆਰ ਦੇ ਨਾਲ ਗੁਰਬਾਣੀ ਗਾ ਰਹੇ ਨੇ। ਰਾਜੇ ਨੂੰ ਪਤਾ ਲੱਗਾ ਕੋ ਬਾਹਰੀ ਰਾਜਾ ਹਮਲਾ ਕਰਨ ਵਾਲਾ ਹੈ। ਉਹਨੂੰ ਸਾਰੀ ਰਾਤ ਨੀਂਦ ਨਹੀਂ ਆਈ। ਉਹਨੂੰ ਬਹਿਲਾਉਣ ਲਈ ਕਿ ਇਹਨੂੰ ਨੀਂਦ ਆ ਜਾਏ, ਬੜੇ ਸਾਜ਼ ਵੱਜ ਰਹੇ ਨੇ, ਨਿਰਤ ਹੋ ਰਿਹਾ ਹੈ, ਗੀਤ ਗਾਇਨ ਹੋ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਸੁੰਦਰੀਆਂ ਉਹਦੀ ਸੇਵਾ ਕਰਨ ਦੇ ਲਈ ਨੇ। ਆਪਾਂ ਦੇਖਦੇ ਰਾਜਿਆਂ ਦੇ ਕਿੰਨੇ ਸੁੱਖ ਹੁੰਦੇ ਨੇ, ਪਰ ਇਹਨੂੰ ਨੀਂਦ ਨਹੀਂ ਆ ਰਹੀ। ਸਾਜ਼ ਵਜਾਉਣ ਵਾਲੇ ਥੱਕ ਗਏ, ਨੱਚਣ ਗਾਉਣ ਵਾਲੇ ਥੱਕ ਗਏ, ਰਾਜਾ ਬੇਚੈਨ ਹੈ। ਅੱਧੀ ਕੁ ਰਾਤ ਹੋਈ, ਇਹਦੇ ਕੰਨੀ ਬੜੀ ਪਿਆਰੀ ਆਵਾਜ਼ ਪਈ ਹੈ।
ਉਹ ਭਾਈ ਮਨਸੁਖ ਜੀ ਕੈਦ ਕੋਠੜੀ 'ਚ ਬੈਠੇ ਗੁਰਬਾਣੀ ਪਿਆਰ ਦੇ ਨਾਲ ਗਾ ਰਹੇ ਨੇ, ਪਿਆਰ ਦੇ ਨਾਲ। ਰਾਜਾ ਪੁੱਛਦਾ ਹੈ ਕੌਣ ਹੈ? ਕਹਿਣ ਲੱਗੇ ਉਹ ਕੈਦੀ ਜਿਹੜਾ ਇੱਕ ਪੰਜਾਬੀ ਨਹੀਂ ਕੈਦੀ ਕੀਤਾ ਤੁਸੀਂ। ਸਵੇਰ ਹੋਈ, ਉਹਨੂੰ ਬੁਲਾ ਲਿਆ। ਰਾਜਾ ਪੁੱਛਦਾ ਤੂੰ ਕੈਦੀ, ਮੈਂ ਰਾਜਾ, ਮੇਰੇ ਕੋਲ ਸੁੱਖਾਂ ਦੇ ਕਿੰਨੇ ਸਾਧਨ ਨੇ, ਤੈਨੂੰ ਕੈਦ ਕੋਠੜੀ 'ਚ ਬੰਦ ਕੀਤਾ ਹੈ, ਠੰਡੀ ਫਰਸ਼ ਤੇ ਤੂੰ ਪਿਆ ਹੈ ਔਰ ਮੱਛਰ ਤੈਨੂੰ ਖਾਣ ਦੇ ਲਈ ਹੈ ਉੱਥੇ, ਤੇਰੇ ਉੱਪਰ ਕੋਈ ਬਿਸਤਰਾ ਨਹੀਂ ਹੈ ਤੈਨੂੰ ਨਿੱਘ ਦੇਣ ਦੇ ਲਈ, ਤੂੰ ਇੰਨਾ ਸੁਖੀ, ਮੈਂ ਇੰਨਾ ਦੁਖੀ ਕਿਉਂ? ਭਾਈ ਮਨਸੁਖ ਨੇ ਕਿਹਾ ਕਿ ਮੈਨੂੰ ਮੇਰੇ ਗੁਰੂ ਨੇ ਮਨ ਦਾ ਸੁੱਖ ਦੇ ਦਿੱਤਾ ਹੈ, ਤੇਰੇ ਕੋਲ ਤਨ ਦੇ ਸੁੱਖ ਬੜੇ ਨੇ ਪਰ ਮਨ ਦਾ ਨਹੀਂ ਹੈ। ਮਨ ਦਾ ਸੁੱਖ ਗੁਰੂ ਸਾਨੂੰ ਬਖਸ਼ਿਸ਼ ਕਰਦਾ ਹੈ। ਜਿਹਦੇ ਕੋਲ ਮਨ ਦਾ ਸੁੱਖ ਹੈ ਉਹ ਤੇ ਕੈਦ ਕੋਠੜੀ 'ਚ ਵੀ ਆਨੰਦ ਮਾਣ ਰਿਹਾ ਹੈ। ਜਿਹਦੇ ਕੋਲ ਮਨ ਦਾ ਸੁੱਖ ਹੈ ਉਹ ਤੇ ਤੱਤੀਆਂ ਤਵੀਆਂ ਤੇ ਬੈਠ ਕੇ ਤੇਰਾ ਕੀਆ ਮਿੱਠਾ ਲੱਗ ਗਿਆ, ਵਾਹਿਗੁਰੂ ਜੋ ਤੁਸੀਂ ਕਰ ਰਹੇ ਮੈਨੂੰ ਵਧੀਆ ਲੱਗਦਾ। ਪਰ ਇਹ ਕਦੋਂ? ਜਦੋਂ ਆਪਾਂ ਗੁਰੂ ਦੀ ਰਹਿਮਤ ਦੇ ਪਾਤਰ ਬਣਦੇ, ਮਨ ਉਦੋਂ ਸੁਖੀ ਹੁੰਦਾ। ਗੁਰੂ ਦੀ ਰਹਿਮਤ ਦੇ ਪਾਤਰ ਬਣਾਂਗੇ ਜਦੋਂ ਮਨ ਸ਼ਬਦ ਨਾਲ ਜੁੜੇਗਾ। ਦੇਖੋ ਅਸੀਂ ਚਾਹੁੰਦੇ ਹਾਂ ਕਮਰੇ 'ਚ ਲਾਈਟ ਹੋਏ, ਚਾਨਣ ਹੋਏ, ਉਹਦੇ ਲਈ ਸਾਨੂੰ ਕੋਈ ਸਵਿਚ ਆਨ ਕਰਨਾ ਪਏਗਾ ਤਾਂ ਹੀ ਕੋਈ ਲਾਈਟ ਜਗੇਗੀ ਨਾ, ਕੋਈ ਬਲਬ ਜਗੇਗਾ। ਉਹ ਬਿਲਕੁਲ ਜਦੋਂ ਸੁਰਤ ਸਾਡੀ ਸ਼ਬਦ ਦੇ ਨਾਲ ਜੁੜੇਗੀ, ਕੁਨੈਕਟ ਹੋਏਗੀ ਗੁਰੂ ਕੇ ਬਚਨਾਂ ਨਾਲ। ਇਹ ਨਹੀਂ ਹੈ ਕਿ ਆਪਾਂ ਬਾਹਰੋਂ ਗੁਰੂ ਕੋਲ ਬੈਠੇ ਹਾਂ, ਸੁਰਤ ਸਾਡੀ ਕਿਤੇ ਹੋਰ ਹੈ ਕਿ ਜੀ ਆਪਾਂ ਤੇ 1 ਘੰਟਾ ਬੈਠਦੇ ਰਹੋ, ਸਾਡੀ ਤੇ ਸੁੱਖ ਮਿਲਦਾ ਹੀ ਨਹੀਂ ਹੈ, ਅਸੀਂ ਤੇ ਅਰਦਾਸ ਕਰਦੇ ਸਾਨੂੰ ਸੁੱਖ ਮਿਲਦਾ ਹੀ ਨਹੀਂ ਹੈ। ਕਈ ਵਾਰੀ ਕਵਾਂਗੇ ਇਹ ਜੀ ਤਾਂ ਗੁਰਦੁਆਰੇ ਰਹਿੰਦੇ ਇਹਨਾਂ ਨੂੰ ਤੇ ਸੁਖੀ ਹੋ ਜਾਣਾ ਚਾਹੀਦਾ ਹੈ। ਇਹ ਮੁਬਾਰਕ ਹੈ ਰਹਿਣਾ, ਲੇਕਿਨ ਜੇ ਗੁਰੂ ਕੇ ਸ਼ਬਦ ਹੀ ਸਾਡੀ ਸੁਰਤ 'ਚ ਨਹੀਂ ਵਸੇ, ਗੁਰੂ ਕੇ ਬਚਨਾਂ ਨਾਲ ਸਾਡਾ ਮਨ ਜੁੜਿਆ ਹੀ ਨਹੀਂ ਹੈ। ਸੁੱਖ ਦਾ ਸੰਬੰਧ ਤੇ ਮਨ ਦੇ ਨਾਲ ਹੈ। ਜੇ ਮਨ ਸੁਖੀ ਹੈ ਤੇ ਤਨ ਕਿਸੇ ਹਾਲਤ 'ਚ ਰਹੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਸੁਖ ਪਾਇਆ ਸਤਿਗੁਰੂ ਮਨਾਏ, ਸੁਖ ਦੇ ਖੱਖੇ ਨੂੰ ਔਂਕੜ ਹੈ। ਇੱਥੇ ਇਹ ਬਾਹਰਲੀਆਂ ਸੁੱਖ ਸਹੂਲਤਾਂ ਦੀ ਗੱਲ ਨਹੀਂ ਹੈ, ਇੱਥੇ ਇੱਕ ਸੁੱਖ ਦੀ ਗੱਲ ਹੈ। ਔਂਕੜ ਇਸ ਗੱਲ ਦੀ ਪ੍ਰਤੀਕ ਹੈ, ਇੱਕ ਸੁੱਖ ਦੀ ਗੱਲ, ਇੱਕ ਵਚਨ। ਉਹ ਸੁੱਖ ਹੈ ਆਤਮਾ ਦਾ ਸੁੱਖ, ਮਨ ਦਾ ਸੁੱਖ। ਕਹਿਣਗੇ ਜਦੋਂ ਮੈਂ ਗੁਰੂ ਦੀ ਰਹਿਮਤ ਪ੍ਰਾਪਤ ਕਰ ਲਈ ਮੈਨੂੰ ਸੁੱਖ ਮਿਲ ਗਿਆ, ਮਨ ਐਨ ਆਨੰਦ ਚਲਿਆ ਗਿਆ, ਸਭ ਫਲ ਪਾਏ ਗੁਰੂ ਧਿਆਏ। ਦੁਨੀਆ ਦੇ ਲੋਕੋ ਮੈਂ ਆਪਣੇ ਗੁਰੂ ਨੂੰ ਧਿਆ ਕੇ, ਗੁਰੂ ਨੂੰ ਧਿਆਉਣ ਦਾ ਅਰਥ ਹੈ ਕਿ ਗੁਰੂ ਕੇ ਬਚਨਾਂ ਨੂੰ ਮੰਨ ਕੇ। ਆਪਾਂ ਕਹਿੰਦੇ ਗੁਰੂ ਨੂੰ ਧਿਆਉਣਾ, ਗੁਰੂ ਨਾਨਕ ਲਈ ਧਿਆਏ ਜਾਂ ਸਿਮਰੋ ਸ੍ਰੀ ਹਰਿ ਰਾਏ, ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵੇ ਤਾਏ। ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਦਾ ਅਰਥ ਜਾਂ ਗੁਰੂ ਨੂੰ ਧਿਆਉਣ ਦਾ ਅਰਥ ਕੀ ਹੈ? ਜੋ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਨੂੰ ਚੇਤੇ ਰੱਖਣਾ, ਉਹਨੂੰ ਆਪਣੇ ਧਿਆਨ 'ਚ ਰੱਖਣਾ, ਇਹ ਹੈ ਗੁਰੂ ਨੂੰ ਧਿਆਉਣ ਦਾ ਅਰਥ। ਇਹ ਨਹੀਂ ਕਿ ਗੁਰੂ ਦੀ ਤਸਵੀਰ ਹੀ ਗਲ 'ਚ ਪਾਈ ਫਿਰੋ ਜੀ, ਮੈਂ ਤੇ ਗੁਰੂ ਦੀ ਮੂਰਤ ਗਲ 'ਚ ਪਾਈ ਮੈਨੂੰ ਸੁੱਖ ਨਹੀਂ ਮਿਲਿਆ, ਮੈਂ ਰੋਜ਼ ਮੱਥਾ ਟੇਕਦਾ ਮੈਨੂੰ ਸੁੱਖ ਨਹੀਂ ਮਿਲਿਆ। ਪਹਿਲੀ ਗੱਲ, ਗੁਰੂ ਦੀ ਮੂਰਤ ਕੋ ਬਾਹਰ ਹੀ ਹੈ ਹੀ ਕੋਈ ਨਹੀਂ। ਗੁਰਮੂਰਤ ਗੁਰ ਸ਼ਬਦ ਹੈ, गुरु का शब्द गुरु की मूर्त है और गुरु के शब्द में सुरत च वसाउणा ये गुरु की मूर्त नाल जुड़ना है। गुरु के शब्द नूं अपनी सुरत चेते रखना, ये गुरु का ध्यान धरना है, ये गुरु नूं ध्याउणा है। हुण गुरु ने सानू जो उपदेश दिता है, भाई तुसीं अपनी धर्म की किरत करो, भाई किसी का हक ना मारो, भाई किसी का दिल ना दिखाओ, किसी का बुरा ना चितवो। ਜਦੋਂ ਇਹ ਗੁਰੂ ਕੇ ਬਚਨ ਸਾਡੀ ਸੁਰਤ ਵਿੱਚ ਰਹਿਣਗੇ, ਇਹ ਹੈ ਗੁਰੂ ਨੂੰ ਧਿਆਉਣਾ। ਹੁਣ ਉਵੇਂ ਮੈਂ ਕਹਾਂ ਜੀ ਮੈਂ ਬਾਣੀ ਪੜ੍ਹਦਾ ਹਾਂ, ਮੈਂ ਬਾਣੀ ਲੋਕਾਂ ਨੂੰ ਵੀ ਸੁਣਾਉਣਾ, ਆਪ ਮੈਂ ਚੋਰੀ ਕਰੀ ਜਾਵਾਂ, ਆਪ ਮੈਂ ਠੱਗੀ ਕਰੀ ਜਾਵਾਂ, ਆਪ ਮੈਂ ਬੇਈਮਾਨੀ ਕਰੀ ਜਾਵਾਂ, ਮੈਨੂੰ ਸੁੱਖ ਕਿੱਥੋਂ ਮਿਲ ਜਾਏਗਾ? ਜੇ ਮੈਂ ਮਨ ਕਰਕੇ ਗੁਰੂ ਕੇ ਸ਼ਬਦ ਨਾਲ ਜੁੜਿਆ ਹਾਂ, ਬਾਹਰੀ ਤੌਰ ਤੇ ਹਾਲਾਤ ਦੇਖੋ ਬਦਲਦੇ ਰਹਿੰਦੇ ਨੇ, ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਜ਼ਿੰਦਗੀ ਦਾ ਇੱਕ ਕਾਇਦਾ ਕਾਨੂੰਨ ਆ। ਪ੍ਰਮਾਤਮਾ ਨੇ ਜਿਵੇਂ ਬਾਹਰੀ ਤੌਰ ਤੇ ਨਹੀਂ ਰੁੱਤਾਂ ਬਣਾਈਆਂ, ਕਦੀ ਠੰਡ ਆ ਗਈ, ਗਰਮੀ ਆ ਗਈ, ਵਰਖਾ ਆ ਗਈ, ਪਤਝੜ ਆ ਗਈ, ਕਈ ਮੌਸਮ ਬਦਲਦੇ ਨੇ। ਕਈ ਵਾਰੀ ਦਰਖਤਾਂ ਤੇ ਪੱਤੇ ਆ ਵੀ ਜਾਂਦੇ ਨੇ, ਕਈ ਵਾਰੀ ਦਰਖਤਾਂ ਦੇ ਪੱਤੇ ਝੜ ਵੀ ਜਾਂਦੇ ਨੇ, ਹਨੇਰੀਆਂ ਵੀ ਚੱਲਦੀਆਂ ਨੇ, ਬਹੁਤ ਕੁਝ ਹੁੰਦਾ ਹੈ। ਇਹ ਜੋ ਕੁਝ ਬਾਹਰ ਵਾਪਰਿਆ ਉਹ ਸਾਡੇ ਅੰਦਰ ਵੀ ਵਾਪਰਿਆ। ਸਾਡੀ ਜ਼ਿੰਦਗੀ 'ਚ ਵੀ ਰੁੱਤਾਂ ਬਦਲਣਗੀਆਂ, ਕਦੀ ਬਹੁਤ ਸੁੱਖ ਆ ਜਾਣਗੇ, ਸਹੂਲਤਾਂ ਆ ਜਾਣਗੀਆਂ, ਕਦੀ ਬੜਾ ਔਖਾ ਟਾਈਮ ਆ ਜਾਏਗਾ। ਲੇਕਿਨ ਰੁੱਤਾਂ ਜਿੰਨੀਆਂ ਮਰਜ਼ੀ ਬਾਹਰ ਬਦਲਦੀਆਂ ਰਹਿਣ, ਜਿੰਨਾ ਦਰਖਤਾਂ ਦੀਆਂ ਜੜ੍ਹਾਂ ਡੂੰਘੀਆਂ ਨੇ, ਉਹਨਾਂ ਦੇ ਪੱਤੇ ਭਾਵੇਂ ਝੜ ਜਾਣ ਪਰ ਉਹ ਦਰਖਤ ਕਦੀ ਪੁੱਟੇ ਨਹੀਂ ਜਾਂਦੇ, ਉਹ ਦਰਖਤ ਕਦੀ ਸੁੱਕਦੇ ਨਹੀਂ ਹੈ।
ਜਿਨ੍ਹਾਂ ਦੀ ਸੁਰਤ ਗੁਰੂ ਸ਼ਬਦ ਵਿੱਚ ਜੁੜੀ ਹੋਈ ਹੈ, ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਆਪਣੀ ਸੁਰਤ ਵਿੱਚ ਵਸਾ ਲਿਆ ਹੈ, ਪਰ ਉਹ ਰੁੱਤਾਂ ਬਦਲਦੀਆਂ ਰਹਿਣ, ਉਹ ਰੁੱਤਾਂ ਬਦਲਦੀਆਂ, ਪੱਤੇ ਝਾੜਨਗੀਆਂ, ਉਦੋਂ ਵੱਧ ਕੀ ਕਰ ਸਕਣਗੀਆਂ। ਲੇਕਿਨ ਦਰਖਤ ਤੇ ਪੱਤੇ ਫੇਰ ਆ ਜਾਣਗੇ। ਬਾਹਰਲੇ ਬਦਲਦੇ ਹੋਏ ਹਾਲਾਤ ਸਾਡੇ ਨੂੰ ਆਰਥਿਕ ਤੌਰ ਤੇ ਸਾਨੂੰ ਘੱਟ ਵੱਧ ਕਰ ਸਕਦੇ ਨੇ। ਬਾਹਰ ਦੇ ਬਦਲਦੇ ਹੋਏ ਹਾਲਾਤ ਸਾਨੂੰ ਬਾਹਰੀ ਸਰੀਰਕ ਤੌਰ ਤੇ ਕੋਈ ਦੁੱਖ ਮਾੜਾ ਮੋਟਾ ਸਾਡੀਆਂ ਸੁੱਖ ਸਹੂਲਤਾਂ ਖੋਹ ਸਕਦੇ ਨੇ, ਵੱਧ ਕੱਢ ਸਕਦੀਆਂ ਨੇ, ਹੋ ਸਕਦਾ ਹੈ। ਇਹ ਗਰੰਟੀ ਨਹੀਂ ਹੈ ਕਿ ਬਾਹਰੀ ਤੌਰ ਤੇ ਅਸੀਂ ਸਦਾ ਇੱਕ ਰੰਗ ਵਿੱਚ ਰਹੀਏ। ਅਸੀਂ ਤੇ ਆਪਣੇ ਗੁਰੂਆਂ ਦਾ ਇਤਿਹਾਸ ਪੜ੍ਹਦੇ ਹਾਂ। ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੀ ਜੰਗਲਾਂ 'ਚ ਹੈ, ਕਦੀ ਰਾਖਸਾਂ ਦੇ ਮੂਹਰੇ ਹੈ, ਕਦੀ ਕਿਤੇ ਹੈ। ਕਲਗੀਧਰ ਪਾਤਸ਼ਾਹ ਕਦੀ ਆਨੰਦਪੁਰ ਦੇ ਆਨੰਦ ਵਿੱਚ ਨੇ, ਕਦੀ ਚਮਕੌਰ ਦੀ ਗੜੀ ਵਿੱਚ ਨੇ, ਕਦੀ ਸਰਸਾ ਨਦੀ ਦੇ ਕੰਢੇ ਤੇ ਘਿਰੇ ਨੇ, ਕਦੀ ਮਾਛੀਵਾੜੇ ਦੇ ਜੰਗਲਾਂ 'ਚ ਇਕੱਲੇ ਹੀ ਲੇਟੇ ਹੋਏ ਨੇ। ਇਹ ਬਾਹਰਲੀਆਂ ਰੁੱਤਾਂ ਬਦਲਦੀਆਂ ਰਹਿਣਗੀਆਂ, ਕੋਈ ਫਰਕ ਨਹੀਂ ਹੈ। ਲੇਕਿਨ ਜਿਹੜੀ ਸੁਰਤ ਸ਼ਬਦ ਵਿੱਚ ਲੱਗੀ ਹੋਈ ਹੈ ਨਾ, ਜਿਵੇਂ ਦਰਖਤ ਦੀਆਂ ਜੜ੍ਹਾਂ ਜਿਹੜੀਆਂ ਡੂੰਘੀਆਂ ਨੇ, ਉਹ ਦਰਖਤ ਜਿਹੜਾ ਨਾ ਕਾਇਮ ਰਹਿੰਦਾ, ਹਨੇਰੀਆਂ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ, ਰੁੱਤਾਂ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਬਿਲਕੁਲ ਇਹਦਾ ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ, ਇਹ ਹੈ ਗੁਰੂ ਨੂੰ ਧਿਆਉਣਾ। ਜਿਹਦੀ ਸੁਰਤ ਗੁਰ ਸ਼ਬਦ ਨਾਲ ਜੁੜ ਗਈ, ਸਤਿਗੁਰੂ ਜੀ ਕਹਿੰਦੇ ਸਭ ਫਲ ਪਾਏ ਗੁਰੂ ਤੇ ਆਏ। ਗੁਰੂ ਨੂੰ ਧਿਆ ਕੇ ਉਹਨੂੰ ਜ਼ਿੰਦਗੀ ਦੇ ਸਾਰੇ ਫਲ ਮਿਲ ਜਾਂਦੇ ਨੇ, ਸਭ ਸੁੱਖ ਮਿਲ ਜਾਂਦੇ ਨੇ, ਸਭ ਆਨੰਦ ਮਿਲ ਜਾਂਦੇ ਨੇ। ਪਰ ਕਦੋਂ? ਜਦੋਂ ਆਪਾਂ ਗੁਰੂ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਾਂ, ਗੁਰੂ ਕੇ ਸ਼ਬਦ ਦੇ ਅਨੁਸਾਰ ਚੱਲਦੇ ਹਾਂ। ਸਾਹਿਬ ਕਹਿੰਦੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ। हे ਗੁਰੂ ਪਰਮਾਤਮਾ ਦਾ ਰੂਪ ਜੋ ਗੁਰੂ ਹੈ, ਗੁਰੂ ਪ੍ਰਭੂ ਜੀਓ, ਤੁਸੀਂ ਨਿਰਵੈਰ ਹੋ। ਗੁਰੂ ਦਾ, ਪ੍ਰਭੂ ਦਾ ਕਿਸੇ ਨਾਲ ਕੋਈ ਵੈਰ ਨਹੀਂ। ਦੇਖੋ ਪ੍ਰਮਾਤਮਾ ਸਾਰਿਆਂ ਨੂੰ ਜ਼ਿੰਦਗੀ ਦਿੰਦਾ ਹੈ। ਚੋਰ ਨੂੰ ਵੀ ਜ਼ਿੰਦਗੀ ਰੱਬ ਨੇ ਦਿੱਤੀ ਹੈ, ਸੰਤ ਨੂੰ ਵੀ ਦਿੱਤੀ ਹੈ, ਮਾੜੇ ਨੂੰ, ਚੰਗੇ ਨੂੰ, ਸਾਰੇ ਜਿੰਨੇ ਨੇ ਜ਼ਿੰਦਗੀ ਰੱਬ ਦੀ ਦਿੱਤੀ, ਉਹਦੀ ਦਇਆ ਦ੍ਰਿਸ਼ਟੀ ਹੈ ਨਾ। ਵਾਹਿਗੁਰੂ ਜੀ ਰਿਜ਼ਕ ਵੀ ਸਾਰਿਆਂ ਨੂੰ ਦੇ ਰਿਹਾ। ਵਾਹਿਗੁਰੂ ਜੀ ਧੁੱਪ ਸਾਰਿਆਂ ਨੂੰ ਦੇ ਰਿਹਾ, ਸਾਰਿਆਂ ਨੂੰ ਧਰਤੀ ਤੇ ਆਸਰਾ ਦੇ ਰਿਹਾ। ਜੋ ਕੁਝ ਪ੍ਰਮਾਤਮਾ ਦਾ ਉਹ ਸਾਰਿਆਂ ਦਾ ਸਾਂਝਾ ਹੈ। ਇਹ ਗੱਲ ਵੱਖਰੀ ਹੈ। ਜਿੱਥੇ ਕਿਤੇ ਇਸ ਘਟੀਆ ਇਨਸਾਨ ਨੇ ਕਬਜ਼ਾ ਕਰ ਲਿਆ, ਉਹ ਕਹਿੰਦਾ ਮੈਨੂੰ ਹੀ ਮਿਲਣਾ ਚਾਹੀਦਾ, ਮੇਰੇ ਪਰਿਵਾਰ ਨੂੰ ਮਿਲਣਾ ਚਾਹੀਦਾ, ਮੇਰੀ ਬਰਾਦਰ ਨੂੰ ਮਿਲਣਾ ਚਾਹੀਦਾ, ਮੇਰੀ ਕੌਮ ਨੂੰ ਮਿਲਣਾ ਚਾਹੀਦਾ, ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ, ਦੂਜਿਆਂ ਨੂੰ ਤਾਂ ਭੁੱਖੇ ਹੀ ਮਾਰ ਦਿਓ। ਇਹ ਘਟੀਆ ਇਨਸਾਨਾਂ ਦੀ ਗੱਲ ਹੈ, ਇਹ ਮਨੁੱਖ ਦੇ ਡਿੱਗੇ ਹੋਏ ਪੱਧਰ ਦੀ ਗੱਲ ਹੈ। ਪਰਮਾਤਮਾ ਸਾਰਿਆਂ ਦੇ ਲਈ ਬਣਾਉਂਦਾ ਸਭ ਕੁਝ। ਜੋ ਕੁਝ ਹੈ ਧਰਤੀ ਪਰਮਾਤਮਾ ਦੀ ਸਾਰਿਆਂ ਦੇ ਲਈ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਨਿਰਵੈਰ ਹੈ। ਦੇਖੋ ਪ੍ਰਮਾਤਮਾ ਕਿੰਨਾ ਨਿਰਵੈਰ ਹੈ। ਦੀਨ ਦਿਆਲ ਦਇਆ ਨਿਰਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਔਗਣ ਜਾਣਦਾ, ਇੱਕ ਕਦੀ ਉਹਨੇ ਸਾਨੂੰ ਰਿਜ਼ਕ ਵੱਲੋਂ ਰੋਕਿਆ ਹੀ ਨਹੀਂ ਹੈ। ਗੁਰੂ ਵੀ ਨਿਰਵੈਰ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਇਂਦਾ। ਗੁਰੂ ਸਰਬੱਤ ਦੇ ਭਲੇ ਦੀ ਗੱਲ, ਗੁਰੂ ਹੈ ਹੀ ਉਹ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰੇ। ਦੇਖੋ ਅੱਜ ਧਰਮ ਦੀ ਦੁਨੀਆ 'ਚ ਬਹੁਤ ਲੋਕ ਨੇ ਗੁਰੂ ਖਾਉਣ ਵਾਲੇ, ਉਹਨਾਂ ਨੂੰ ਗੁਰੂ ਕਹਿਣ ਵਾਲੇ ਬੜੇ ਬੜੇ ਤੁਰੇ ਫਿਰਦੇ ਨੇ। ਦਰਅਸਲ ਮਨੁੱਖ ਨੂੰ ਪਤਾ ਹੀ ਨਹੀਂ ਗੁਰੂ ਕੌਣ ਹੈ। ਮਨੁੱਖ ਕਿਵੇਂ ਸਮਝੇਗਾ ਗੁਰੂ ਕੀ ਹੈ? ਮਨੁੱਖ ਤੇ ਜਿਹਦੇ ਚਿੱਟੇ ਕੱਪੜੇ ਦੇਖੇ, ਜਿਹਨੇ ਕੋਈ ਚੰਗੀ ਗੱਲ, ਇਹ ਜੀ ਸਾਡਾ ਗੁਰੂ ਹੈ। ਗੁਰੂ ਕਹਿ ਲੈਣਾ ਜਾਂ ਗੁਰੂ ਕਹਾ ਲੈਣਾ ਅਲੱਗ ਚੀਜ਼ ਹੈ। ਪਰ ਗੁਰੂ ਕਦੋਂ ਬਣਦਾ? ਕੋਈ ਜਦੋਂ ਰੱਬ ਦਾ ਰੂਪ ਬਣ ਜਾਏ, ਜਦੋਂ ਰੱਬ ਵਰਗਾ ਬਣ ਜਾਏ। ਤੇ ਜੇ ਰੱਬ ਵਰਗਾ, ਜਿੰਨੇ ਅੱਜ ਸਾਡੇ ਆਲੇ ਦੁਆਲੇ ਧਰਮ ਗੁਰੂ ਤੁਰੇ ਫਿਰਦੇ ਨੇ, ਰੱਬ ਵਰਗੇ ਹੋਣ ਤੇ ਧਰਤੀ ਦਾ ਹੀ ਹਾਲ ਹੋਏ। ਸਾਡਾ ਸਮਾਜ ਇਦਾਂ ਹੀ ਨਿੱਘਰ ਜਾਏ। ਸਾਡੇ ਸਮਾਜ ਵਿੱਚ ਇਦਾਂ ਹੀ ਨਸ਼ੇ ਜਿਹੜੇ ਨੇ ਸਾਡੇ ਸਮਾਜ ਨੂੰ ਬਰਬਾਦ ਕਰੀ ਜਾਣ। ਸਾਡੇ ਸਮਾਜ ਵਿੱਚ ਧਰਮ ਦੇ ਨਾਂ ਤੇ ਇਵੇਂ ਲੜਾਈਆਂ ਹੋਣ ਜੇ ਧਰਮ ਗੁਰੂ ਹੋਣ। ਦਰਅਸਲ ਇਹ ਧਰਮ ਗੁਰੂ ਨਹੀਂ ਹੈ। ਇਹਨਾਂ ਤੋਂ ਵੱਡਾ ਅਧਰਮੀ ਕੋਈ ਨਹੀਂ ਜਿਹੜੇ ਧਰਮ ਦੇ ਨਾਂ ਤੇ ਮੱਥੇ ਟਿਕਾਉਂਦੇ ਨੇ। ਇਹਨਾਂ ਤੋਂ ਵੱਡਾ, ਸਭ ਤੋਂ ਵੱਡੀ ਜਲਾਲਤ ਜਾਂ ਡਿੱਗੇ ਹੋਏ ਹੋਣ ਦਾ ਇਹ ਸਬੂਤ ਹੁੰਦਾ ਹੈ ਜਦੋਂ ਬੰਦਾ ਬੰਦਿਆਂ ਕੋ ਮੱਥੇ ਟਿਕਾਉਣੇ ਸ਼ੁਰੂ ਕਰ ਦੇਵੇ। ਬੰਦਾ ਜਦੋਂ ਆਪਣੀ ਆਤਮਿਕ ਉੱਚਤਾ ਨੂੰ ਨਹੀਂ ਜਾਣਦਾ, ਵਡਿਆਈ ਨੂੰ ਨਹੀਂ ਜਾਣਦਾ, ਉਦੋਂ ਬੰਦਿਆਂ ਨੂੰ ਮੱਥੇ ਟੇਕਦਾ। ਬੰਦਾ ਰੱਬ ਦਾ ਪੁੱਤਰ, ਹੁਣ ਜਿਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਰੱਬ ਦਾ ਪੁੱਤਰ ਹਾਂ, ਜਿਹਨੂੰ ਆਪਣੀ ਪਦਵੀ ਦਾ ਪਤਾ ਨਹੀਂ, ਦੂਜਿਆਂ ਅੱਗੇ ਝੁਕੀ ਜਾਂਦਾ, ਮਤਲਬ ਕਿ ਉਹ ਅਜੇ ਅੰਦਰੋਂ ਉੱਚਾ ਨਹੀਂ ਉੱਠਿਆ, ਨੀਵੇਂ। ਦੂਜੇ ਬੰਨੇ ਕੋਈ ਬੰਦਾ ਆਪਣੇ ਰੱਬ ਦੇ ਬੰਦਿਆਂ ਕੋਲੋਂ ਮੱਥੇ ਟਿਕਾਈ ਚਲਿਆ ਜਾਏ, ਉਹ ਵੀ ਅਜੇ ਉੱਚਾ ਨਹੀਂ ਉੱਠਿਆ। ਉਹਨੂੰ ਨਾ ਸਮਝ ਲਿਓ ਕਿ ਉਹ ਰੱਬ ਬਣ ਗਿਆ। ਦੇਖੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ, ਰੱਬੀ ਪਿਆਰੇ ਮਹਾਂਪੁਰਖਾਂ ਦਾ ਇਤਿਹਾਸ ਪੜ੍ਹ ਕੇ, ਉਹਨਾਂ ਨੇ ਹਰ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਕੀਤਾ। ਕਿਤੇ ਨੂੰ ਨਹੀਂ ਕਿਹਾ ਕਿ ਤੂੰ ਸਾਨੂੰ ਇੰਨੇ ਦਿਨ ਮੱਥੇ ਟੇਕੇਂਗਾ, ਤੇਰੀ ਆਹ ਗੱਲ ਪੂਰੇਗੀ। ਜੇ ਤੂੰ ਸਾਨੂੰ ਛੱਡ ਕੇ ਚੱਲ ਗਿਆ ਤੇਰਾ ਨੁਕਸਾਨ ਹੋ ਜਾਏਗਾ, ਜੇ ਤੂੰ ਉੱਥੇ ਚੱਲ ਗਿਆ ਤਾਂ ਤੇਰਾ ਨੁਕਸਾਨ ਹੋਇਆ ਸੀ। ਇਹੋ ਜਿਹੇ ਬਹੁਤ ਨੇ। ਲੇਕਿਨ ਗੁਰੂ ਕੌਣ ਹੈ? ਜਦੋਂ ਕੋਈ ਨਿਰਵੈਰ ਹੋ ਜਾਂਦਾ, ਜਦੋਂ ਸਰਬੱਤ ਦੇ ਭਲੇ ਦੀ ਗੱਲ ਕਰਦੇ। ਗੁਰੂ ਨੇ ਤੇ ਉਹਨਾਂ ਦੇ ਭਲੇ ਦੀ ਗੱਲ ਵੀ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਇੱਟੇ ਵੱਟੇ ਵੀ ਮਾਰੇ, ਜਿਨ੍ਹਾਂ ਨੇ ਉਹਨਾਂ ਨੂੰ ਕੁਰਈਆ ਕਿਹਾ।
बड़ी सोहनी गाथा लिखी है जन्म साखी वालियां ने। गुरु नानक साहब जी वेई नदी चों जदों प्रगट हुंदे ने, 3 दिन लई सतगुरु जी लोकां दीयां नज़रां तो ओले हो गए, वखरे हो गए, प्रभु विच लिवलीन हो बैठ गए। ते जदों सतगुरु जी आए प्रगट होए ते बैठे किते शमशान घाट च आके, जिथे किसी दा कोई कब्जा नहीं है, सांझी चीज़, कोई कहे ना कि मेरी जगह। कहते पता लगा नगर दे लोगां नूं सतगुरु जी एक बचन कहते, ना कोई हिंदू ना मुसलमान, ते कोई कहन लगा नानक नूं ते कोई भूत भात चंबड़ गया। मुलाणा बुलाएगा, मुलाणा सियाणा हथ हौड़ा करे। मुलाणा आया जिन्हों अपने तंत्र वंत्र विद्या ते बड़ा हंकार सी, सतगुरु जी कोल आके मंत्र संत्र पढ़न लग पिया। उन्हें अपनी धूप धाप जी जगाई ते आखिर सतगुरु जी दीयां नासकां च बदो बदी वाहन लगा। सतगुरु जी बैठे सन लिवलीन अपने परम पिता परमात्मा दे प्यार च, लेकिन मलाना जबरदस्ती जो सतगुरु जी के नासकां च वाड़ के हुण भूत बोलेगा, प्रेत बोलेगा, देखो ये बड़ी दुखदाई जी गल हुंदी है। लेकिन गुरु नानक साहब जी ने अखां खोलियां, फिर भी उन्होंने गुस्से च क्या कुछ नहीं है, वो भले की गल की। इतिहास पढ़ लो, गुरु साहब जी ने तो सरबत के भले की गल की। गुरु कलगीधर पातशाह, किसी भी गुरु साहब का इतिहास पढ़ लो, जिन्हों ने गुरु साहब की विरोधता की, मुड़ के गुरु चरणा डिगे, सतगुरु जी ने फिर उन्होंने प्यार दे दिता। सतगुरु निर्वैर है, सतगुर पुरख निर्वैर है। सतगुरु साहब जी कहते ने कि गुरु निर्वैर है, परमात्मा निर्वैर है, गुरु सरबत दा दाता है, परमात्मा सरबत दा दाता है। हम अपराधी तुम बख्शाते। हे सतगुरु प्रभु जीओ, असी ते अपराधी हाँ, बड़ियां भुल्लां करदे हाँ। असी कई बार सोचते कि असी बड़े चंगे हाँ, लेकिन साडे कोलों जिहड़े अपराध हुंदे सानूं पता ही नहीं हुंदा, अनजाणपणे च हो जांदियां बड़ियां गलतियां। असी खिन खिन भुलणहार हाँ। गुरबाणी विच दस्सिया है कि केवल परमात्मा ही है जिहड़ा भुलणहार नहीं है। भुलण अंदर सब को, अभुल गुरु करतार। हर मनुख गलती कर सकता है, इंसान आपां गलतियां हो सकदियां ने, ते असी ते इन्नियां को गलतियां करदे, हम अवगुण करें असंख नीत तुम बख्शणहारे। असी ते असंख्य ही अवगुण करदे हैं। कदी ईमानदारी नाल अपने दिल अंदर झात मार के देखी, साडे को किन्ने माड़े विचार साडे मन च आ जांदे ने, दूजियां दे प्रति किन्नियां बुरियां गल्लां साडे मन च आ जांदियां। यही ते अपराध ने। अपराध कोई जरूरी नहीं है कि आपां बाहरे हथ नाल चोरी करांगे होएगा, मन करके असीं पता नहीं की कुछ करी चले जाने हैं। लेकिन वो परमात्मा कितना महान है, वो सानू फिर बख्शदा है, वो साडे ते फिर रहमत करदा है। जिस पापी को मिले ना ढोई, जिहड़ा बंदा पापी होए उसको अवगुण हो जान। क्योंकि समाज की यह रीत है, संसार की यह रीत है कि चंगे कमां वालियां दे नाल नाल तुरे फिरदे ने, जिहदी वडियाई है, प्रभता है, उन्होंने सारे चंगा कहणगे। लेकिन जिहदे को गलती हो जाए, अवगुण हो जाए, तो उन्होंने नफरत करदी है दुनिया। नफरत तो इलावा दुनिया तो उन्होंने मारन तक चली जाती कि तू धर्म कानून तोड़िया। आपां देखदे हां, धर्म ये नहीं है कि किसी नूं तुसीं दंडित करो, किसी नूं मारो, ये कोई धर्म नहीं। देखो साडे पंथ ने रवायत बनाई कि जे किसी मनुख कोलों गलती हो जाती, मनुख गलतियां दा पुतला है, गलती हो गई, लेकिन वो मनुख गलती मनण लई आ गया कि मेरे कोल गलती हो गई, तो उन्होंने जो आपां दुनियावी तौर पर दंड कहिंदे ने, जो आपां सेवा लाउने उन्हें तनख्वाह किया जाता है। तनख्वाह लफ्ज़ उहदा धार्मिक सेवा। तनख्वाह लफ्ज़ उदों हुंदा जदों कुछ दिता जाता है। तनख्वाह दा अर्थ हुंदा धार्मिक सेवा। उन्होंने कोई दंड नहीं दिता जाता। मत सोचना जिन्हों बुला लो दंड दे दिओ। हुण ते असीं अपने धर्म स्थानां नूं ठाणे बना लिया, माफ़ करना। ये गुरमत की रीत नहीं है कि बुला के किसी नूं झिड़को, बुला के किसी नूं जलील करो, ये गुरमत की रीत नहीं है। क्योंकि हुण राजनीतिक लोगों ने कब्जे कर लए साडीआं संस्थावां ते राजनीतिक लोग अपनी किड़ दूजिआं दे प्रति कढण लई अपने थापे हुए लोगों के राही दूजे लोगों को जलील कर लिए ये काम करते हैं। ये कोई ये नहीं कि उन्होंने सुधारन के लिए, धर्म सुधारन के लिए है, धर्म लोगों को सजा देने के लिए नहीं है, धर्म लोगों को जलील करने के लिए नहीं है। जिथे ये गल होएगी समझो कि उत्थे धर्म नहीं रह गया, उत्थे राजनीति भारू हो गई है। और ये नाल कोई धर्म का या मनुखता का भला नहीं हुंदा। तुसीं मतां सोचो कि असीं आ फलाणे नूं बुला के डंडन करके बहुत वड्डा काम कर दिता है पंथ का, इहदे नाल कोई भला नहीं हुंदा। भला तो यह है कि जिहड़ा आ गया शरण दे अंदर, उहनूं गल वक्कड़ी विच लै लिया जाए, उहदे अवगुण भुला दिते जाण। जिस पाप नीच को, जिस पापी को मिले ना को ढोई, जिस पापी नूं किते ढोई नहीं मिलदी, जिन्हें ने अवगुण कीते, विकार कीते ने,
शरण आवे तां निर्मल होई। गुरु दी प्रभु दी ये वडियाई है कि वह पापी जे शरण च आ जाए उन्होंने मुआफ ही नहीं करता, उन्होंने पवित्र करके अपनी वर्गा बना लेंदा, उन्होंने केवल मुआफ ही नहीं करता। हुण साडे चो योग्यता तो है नहीं कि उन्होंने अपनी वर्गा बना लीए, असी उन्होंने गुरु वर्गा तो बना नहीं सकते। पहली गल तो असी नहीं बने तो असी किसी को की बनाना, जे साडे चो क्वालिटी होए तो फिर उन्होंने असी गुरु दे नाल जोड़ दईए, गुरु वर्गा बना दईए। असी आप गुरु नाल नहीं जुड़े होंदे, असी आप दुनियावी हितां नूं मुख रख के निर्णय लैने आ, फैसले करते हैं तो असी दूजियां दे उपर अपने हुक्म ठोसदे हैं, फिर कहते जी बागी बन गया। सतगुरु साहब जी कहते गुरु की यह वडियाई है कि कोई बंदा जिन्हों किते ढोई नहीं मिलती, जिन्हें बड़े अपराध किए, जिन्हें बड़े अवगुण किए ने, जे वह गुरु की चरण शरण च आ जाए तो गुरु के दर ते आके गुरु केवल ओदियां गलतियां नूं मुआफ ही नहीं करता, गुरु ओदियां गलतियां अवगुणां नूं कट के अवगुण कट्टे करे सुध देहा, ओदे अवगुणां नूं कट के उन्होंने पवित्र कर दिंदा, उन्होंने महान बनांदा, उन्होंने अपने वर्गा बना लैंदा। यह है गुरु की प्रभु की वडियाई। इस करके तुसी बाहरी तौर पर जिन्ने धर्म गुरु ने तुसी देख लो, धर्म के नां ते कई थां ते कुटिया जाता है लोगों को, जी इन्हें गलती की सी, इत्थों की लंघ गया सी, इन्हें जे किया सी वो किया, डांगा ही फेरी चले जाने आप, फलाने जी गुरबाणी की बेअदबी करती, डांगा ना कुट्टी चले जाओ। ये कोई सेवा नहीं है, ये तो वड्डा अपराध ही कोई नहीं। तुसी रब के नां ते जां गुरु के नां ते एवें लोगों को हंकार च कुट्टी जाओ, ये कोई सेवा नहीं है। इस करके सतगुरु जी कहते परमात्मा की यह वडियाई शरण आवे तां निर्मल होई। गुरु प्रभु की चरण शरण च पापी तो पापी बंदा भी आ जाए। देखो जेड़े रब दे प्यारे ने उन्हां दीयां घटनावां गुरबाणी च गुर इतिहास च अंकित ने। बड़ी सोहनी उदाहरण भाई गुरदास साहब जी ने दी है। गनका पापन होए गए पापां का गढ़ हार परोता, महापुरख अचान चर गनका वाड़े आए खलोता, दुर्मत देख दयाल होए हथों दितो सो ओस नु तोता। एक महापुरख का जिक्र है, रब दे संत का जिक्र है। कहते एक बीबी जिहड़ी अचार करके उच्ची नहीं सी, गिर गई सी, एक महापुरख अचनचेत उहदे घर वाड़े च आ गया, मीह पै रहा टाइम पास करने के लिए आ गया, पर उन्हें जो देखिया बीबी के हाव भाव देखे मत्थे नूं पढ़िया भी इहदा तां अचार ठीक नहीं है, तो महापुरख नाराज नहीं होया। एक गुरु ते प्रभु दी ते रब दे संत दी वडियाई वो नाराज नहीं कदी हुंदी, गुस्से च नहीं कदी हुंदी। जिहड़ा गुस्से च आ जाए वो तो फिर बदले की भावना नाल ही काम करेगा ना, अपना गुस्सा दूजे ते कढेगा। दुरमत देख दयाल होए, ओदी दुरमत नूं देख के ओदियां इन्हां अवगणियां गलतियां नूं देख के महापुरखां दे मन च दया आ गई, ते इहो जी दया आई कि इस बीबी नूं आपां उच्चे उठाउणा, इन्हां बुराइयां तो मुक्त करना है। महापुरख दी वडियाई ते है ना कि वह किसी नूं अवगुणा तो मुक्त कर देवे। उन्होंने उन्होंने अवगुणा तो मुक्त कर ली, जुगत वरती हथों दितो उस नूं तोता, उन्होंने तोता दे के कह लगे जा बीबा इनू रोज सवेरे चूरी खवाया कर, क्या कर गंगा रामा राम राम। वो तोते नूं पढ़ाउंदी पढ़ाउंदी बीबी आप ही वाहिगुरू जी दे प्यार जुड़ के उहदा पार उतारा हो गया। यह है रब दी वडियाई, यह है रब दे प्यारियां दी वडियाई। सतगुरु सच्चे पातशाह जी ये गल कहंदे ने कि जे कोई पापी भी परमात्मा दी चरण शरण विच आ जाए, उहदे केवल अपराध बख्शे नहीं जांदे, सगों दे अपराध कट्टे जाते हैं, वह निर्मल हो जाता है, वह पवित्र हो जाता है। साहब जी ने फिर बचने के सुख पाया सतगुरु मनाए, सफल पाए गुरु ते आए। फिर जो गुरु की रहमत नूं प्राप्त कर लिया, गुरु नूं मना लिया, भाव गुरु त्रुठ पे साडे ते, फिर सानू आत्मक सुख मिलिया, सारे जिंदगी दे फल मिल गए। जिस काम लिए आए जिंदगी सफल हो गई। रहाओ पार ब्रह्म सतगुर आदेश। हे सतगुरु जी, हे प्रभु जी, तुहानू ही नमस्कार है साडी, असी तुहानू ही प्रणाम करने, तुहानू ही वंदना करदे। और गुरसिख नूं समुची मनुखता नूं गुरु ने संबोधन करके एक गल कही है कि जे आदेश करना है वंदना करनी तो केवल परमात्मा नूं करो। वंदना हर वंदना गुण गावो गोपाल राय। मिट्टी दियां कबरां नूं मत्थे टेकी जाना, बंदियां नूं मत्थे टेकी जाना, पशुओं नूं मत्थे टेकी जाना, ये मनुखता नहीं है। मनुख अपनी मनुखी पद्धर तो डिग चुका है, इन्हों पता ही नहीं मेरा किड्डा वड्डा रुतबा है। ये तो इवें जिवें कोई राजकुमार मंगता बन के नहीं लोगों पासों मंगी चलिया जाए। असी मंगते बन चुके हैं, तिर तिर ते जाके जे के डिगी चले जाने। सतगुरु साहब जी कहते ने केवल एक परमात्मा नूं आदेश करना चाहिए। सतगुर पार ब्रह्म सतगुर आदेश, मन तन तेरा सब तेरा देश।
हे सतगुरु जी, हे वाहिगुरु जी, केवल तुहानू ही नमस्कार है, क्योंकि शरीर तो तुसी दिता है वाहिगुरु जी। शरीर तो किसी कबर वाले ने नहीं दिता, शरीर किसी मनुख ने नहीं दिता सानू, शरीर किसी पशु ने नहीं दिता सानू। असीं इन्हां नूं मत्थे क्यों टेकीए पई? सानू ये शरीर वाहिगुरु ने दिता है। शरीर के अंदर मन वाहिगुरु जी ने पाया, प्राण वाहिगुरु जी ने पाए ने, जिंदगी वाहिगुरु जी ने दी, तंदुरुस्ती वाहिगुरु जी ने दी। वाहिगुरु जी सब तेरा देश, तुहाडी बनाई धरती ते असीं रह रहे हैं। ये धरती किसी कबर वाले की बनाई हुई है। जे धरती नहीं होंदी तो उसकी कबर भी नहीं सी होनी। इत्थे ये धरती किसी मनुख की बनाई है, धरती तो रब की बनाई है। जे सब कुछ रब का बनाया, ये पौन पानी रब का बनाया, धरती रब की बनाई है, सानू जिंदगी रब ने दी, तो फिर रब नूं ही चेते करना चाहिए ना। फिर बंदियां नूं क्यों, फिर सानू इधर उधर क्यों जाके मत्थे टेकने चाहिए ने? साहब जी कहते वाहिगुरु जी, ये मन, ये तन, ये सब कुछ जो साडे आले दुआले है, ये सब कुछ तुहाडा ही है, तुहाडी बख्शिश है। चूका पड़दा तां नदरी आया। हे वाहिगुरु जी, जदों मैं गुरु कोल आया ना, मेरे अंदरों भरम के पड़दे सतगुर खोले। गुरु ने मेरे अंदरों भरम कट दिते। पहला सानू भरम सी कि कोई कवर वाला मेरा कारज रास कर देगा, ये भरम है। पहला सानू भरम सी कि कोई मनुख ही जड़ा है ना, उहदे तो बिना मेरी जिंदगी लंघनी नहीं है। भरम सी कि शायद धन तो बिना मैं जिउंदा ही नहीं रह सकांगा। भरम सी कि शायद को मनुख ही मैनू सुख दे देगा। बड़े भरम ने कि मैं शायद रुतबे तो बिना मैं महान नहीं बनांगा, धन तो बिना महान नहीं बनांगा। पर जदों गुरु कोल आए, गुरु ने साडे भरम दे पड़दे कट दिते। जदों गुरु कोल आए, साडे जदों भरम दे पड़दे कट्टे गए, तां नदरी आया सानू, तां पता लगा कि सब कुछ देण वाला ते वाहिगुरु है। वो परमात्मा है जिन्हें सानू जिंदगी दिती, मार है रख है एको आप, मानो कह किछ नहीं याद। ये भरम कटिया गया गुरु कोल आके। गुरु ने कहा, मानो की टेक बिरथी सब जान, देवन को एक भगवान, जिसके दिए रहे अगाए, बहु ना तृष्णा लागे आए। वो मनुख दी टेक ना लै, टेक परमात्मा दी लै। जदों गुरु कोल आके साडे ये पर्दे कट्टे गए, सानू नजर आया कि साडा मालक, सानू रिजक देण वाला, साडा राखा, साडा प्रतिपालक एक वाहिगुरु है। खसम तू है सबना के राया। गुरु राही सानू पता लगा, वाहिगुरु जी तुसी ते सारियां दे मालिक हो, हर किसी नू रिजक देण वाले तुसी हो। जगत भिखारी फिरत है, सबको दाता राम। गुरु कोल आके सोझी मिली कि सारियां नू दातां देण वाला वाहिगुरु है। भावें को गरीब है, भावें अमीर है, भावें को पढ़िया है, भावें अनपढ़ है, भावें को वड्डा है, भावें को छोटा है, सारियां दा खसम एक वाहिगुरु है। सबना जियां का एक दाता, हर मनुख दा दाता एक वाहिगुरु। ये ज्ञान गुरु कोल आके मिलेगा। ये ज्ञान किसी कबर तो नहीं मिलेगा, ये ज्ञान किसी होर थां तो नहीं मिलेगा। कबरां वाले तो कहणगे इत्थों तो बिना जिंदगी चलनी नहीं, इत्थे आओगे तां ही दुनिया तुर रही है। वो तो कहणगे असीं सब कुछ आ। किसी बंदे दे नाल जुड़ गए, उन्हें कहना मेरे तो बिना तेरी जिंदगी नहीं चलनी, मैं ही सब कुछ आ। ये ज्ञान तो गुरु दिंदा है कि सारियां दा खसम वाहिगुरु है, रोटी देण वाला वाहिगुरु है, पालना करने वाला वाहिगुरु है। पर यह ज्ञान गुरु पासों आके मिलिया। तिस भाना सूके काश ठहरिया। जे वाहिगुरु मेहर करे ना, तो सुके दरखत भी हरे हो जाते हैं। तो जे वाहिगुरु अपनी मेहर लांबे कर ले, वैसे तो वाहिगुरु करता नहीं है, क्योंकि जदों हुंदी है नज़र असीं लांबे हो जाते। परमात्मा का तो सुभाव ही नहीं है अपनी किसी दे नाल नाराज होना, किसी तो अपनी नज़र नूं लांबे कर लेना। पर जदों असीं इवें कह लो कि उहदे सन्मुख ही नहीं रवांगे, उहदे वल नहीं तुरांगे, तो फिर आपे नज़र पुठी हो गई ना। सतगुरु जी के बचन ने, नज़र उपठी जे करे सुल्ताना का कराएंदा। जे उहदियां नज़रां तो असीं लांबे हो गए। गुरबाणी का एक वचन, शीयां बाजां चरगां कुइयां इन्हां खवाए घा, घा खान तना मास खवाए, ये चलाए राह, नदियां विच टिब्बे दिखाले, थली करे असगा, कीड़ा थाप दे पात से लश्कर करे सुवाह। वो परमात्मा जिहड़ा है, वो जे चाहे शीयां बाजां चरगां कुइयां, शी दा अर्थ शेर, बाज, चरग, कोई सब मासाहारी जानवर ने। परमात्मा च इहनूं घाह भी खवा सकता है। समा आ जाता है जदों ये घाह खाण लई मजबूर हो जाते हैं। घाह खाण वालिਆਂ ਨੂੰ मास भी खा सकते, ਜਿਹੜੇ ਕਹਿੰਦੇ ਅਸੀਂ मास नहीं खाते, बड़ा हंकार, उन्होंने मास खाण ਲਈ मजबूर कर सकता है परमात्मा। रब दे रंग ने इत्थे हंकार कादा। घाह खाण ते ना मास खवाए, ये चलाए राह, नदियां विच टिब्बे दिखाले, थली करे असगा।
ਉਹ ਵਾਹਿਗੁਰੂ ਜੀ ਜਿੱਥੇ ਨਦੀਆਂ ਨੇ ਉੱਥੇ ਟਿੱਬੇ ਬਣਾ ਸਕਦਾ ਹੈ, ਜਿੱਥੇ ਟਿੱਬੇ ਨੇ ਉੱਥੇ ਸਮੁੰਦਰ ਬਣਾ ਸਕਦਾ ਹੈ, ਕੀੜਿਆਂ ਨੂੰ ਪਾਤਸ਼ਾਹ ਬਣਾ ਸਕਦਾ ਹੈ। ਜਿਹੜੇ ਪਾਤਸ਼ਾਹ ਦੀਆਂ ਗੱਦੀਆਂ ਤੇ ਬੈਠੇ ਹੰਕਾਰੀ ਨੇ ਉਹਨਾਂ ਨੂੰ ਸੜਕਾਂ ਤੇ ਧਰਨੇ ਲਾਉਣ ਲਈ ਵੀ ਬਿਠਾ ਸਕਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਕੱਲ ਲੋਕਾਂ ਤੇ ਡਾਂਗਾ ਮਰਾਉਂਦੇ ਨੇ ਉਹ ਫਿਰ ਡਾਂਗਾ ਖਾਣ ਲਈ ਮਜਬੂਰ ਹੋ ਜਾਂਦੇ ਨੇ। ਇਹ ਤੇ ਸਾਡੇ ਸਾਹਮਣੇ ਚੱਲਦਾ ਹੀ ਹੈ ਨਾ ਸਿਸਟਮ। ਇਹ ਨਿੱਕੀਆਂ ਨਿੱਕੀਆਂ ਉਦਾਹਰਨਾਂ। ਪਰਮਾਤਮਾ ਜਿਹੜਾ ਹੈ ਜੇ ਉਹ ਚਾਹੇ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸੁੱਕਿਆਂ ਨੂੰ ਹਰੇ ਕਰ ਸਕਦਾ ਹੈ, ਉਹ ਜੀਵਨ ਦੇ ਸਕਦਾ ਹੈ। ਇੱਥੇ ਸੁੱਕਿਆਂ ਦੇ ਜਿਹੜੇ ਆਤਮਿਕ ਤੌਰ ਤੇ ਸੁੱਕੇ ਨੇ, ਸ਼ੁਭ ਗੁਣਾਂ ਵੱਲੋਂ ਜਿਹੜੇ ਸੁੱਕ ਗਏ ਨੇ, ਉਹ ਗੁਰੂ ਕੋਲ ਆ ਕੇ ਹਰੇ ਹੋ ਸਕਦੇ ਨੇ। ਸੁੱਕੀ ਕਾਸ਼ਟ ਹਰੇ ਆ। ਤਿਸ ਭਾਣਾ ਤਾਂ ਥਲ ਸਿਰ ਕਰਿਆ, ਜੇ ਪਰਮਾਤਮਾ ਚਾਹੇ। ਥਲ ਦਾ ਅਰਥ ਜਿੱਥੇ ਮਾਰੂ ਥਲ ਹੁੰਦਾ ਹੈ ਜਾਂ ਧਰਤੀ ਹੁੰਦੀ ਹੈ। ਸਿਰ ਦਾ ਅਰਥ ਹੈ ਸਿਰ ਸਰਿਆ। ਉੱਥੇ ਸਰਿਆ ਦਾ ਅਰਥ ਸਰੋਵਰ ਬਣ ਸਕਦੇ ਨੇ, ਝੀਲਾਂ ਬਣ ਸਕਦੀਆਂ ਨੇ, ਉੱਥੇ ਪਾਣੀ ਦੇ ਵੱਡੇ ਵੱਡੇ ਤਲਾਬ ਬਣ ਸਕਦੇ ਨੇ ਜੇ ਪ੍ਰਮਾਤਮਾ ਚਾਹੇ। ਆਪਾਂ ਦੇਖਦੇ ਹਾਂ ਸੁੱਕੇ ਥਾਵਾਂ ਤੇ ਕਈ ਵਾਰੀ ਜਲ ਥਲ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਤਿਸ ਭਾਣਾ ਤਾਂ ਸਭ ਫਲ ਪਾਏ। ਭਈ ਜਦੋਂ ਰੱਬ ਦੀ ਰਹਿਮਤ ਹੋ ਗਈ, ਉਹਦੀ ਰਜ਼ਾ ਹੋ ਤੇ ਸਭ ਕੁਝ ਮਿਲ ਸਕਦਾ। ਸਾਡਾ ਮੇਨ ਮਕਸਦ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਹੈ। ਰੱਬ ਦੀ ਰਹਿਮਤ ਕਦੋਂ ਪ੍ਰਾਪਤ ਹੋਏਗੀ? ਜਦੋਂ ਆਪਾਂ ਰੱਬ ਦੀ ਰਜ਼ਾ ਵਿੱਚ ਚੱਲਾਂਗੇ, ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਾਂਗੇ। ਤੇ ਗੁਰੂ ਸਾਹਿਬ ਜੀ ਤੇ ਸਾਨੂੰ ਗਿਆਨ ਇਹ ਦਿੰਦੇ ਨੇ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੀ ਆਪਾਂ ਰਜਾ ਚ ਆ ਜਾਈਏ। ਜੇ ਸਚਿਆਰ ਬਣਨਾ, ਸੁਖੀ ਹੋਣਾ, ਇੱਕੋ ਇੱਕ ਤਰੀਕਾ ਆਪਾਂ ਉਹਦੇ ਭਾਣੇ ਨੂੰ ਸਮਝੀਏ। ਗੁਰਬਾਣੀ ਸਾਨੂੰ ਵਾਹਿਗੁਰੂ ਜੀ ਦਾ ਗਿਆਨ ਦਿੰਦੀ ਹੈ। ਜਦੋਂ ਗੁਰਬਾਣੀ ਰਾਹੀਂ ਅਸੀਂ ਵਾਹਿਗੁਰੂ ਜੀ ਦੀ ਰਜ਼ਾ ਨੂੰ ਸਮਝਣ ਵਾਲੇ ਬਣ ਗਏ ਤੇ ਸਭ ਕੁਝ ਹੀ ਮਿਲ ਜਾਏਗਾ। ਸਭ ਕੁਝ ਵਾਹਿਗੁਰੂ ਜੀ ਨੇ ਪਹਿਲਾਂ ਹੀ ਦਿੱਤਾ ਹੋਇਆ ਹੈ। ਸਾਨੂੰ ਗਿਆਨ ਹੋ ਜਾਏਗਾ ਕਿ ਸਾਡੇ ਕੋਲ ਕੀ ਕੁਝ ਹੈ। ਮਨੁੱਖ ਕੋਲ ਗਿਆਨ ਨਹੀਂ ਹੈ। ਸੁਖੀ ਹੋਣ ਦਾ ਇਹ ਨੁਕਤਾ ਸਿਆਣੇ ਵਿਦਵਾਨਾਂ ਨੇ ਦੱਸਿਆ ਕਿ ਜੇ ਤੁਸੀਂ ਸੁਖੀ ਹੋਣਾ, ਕਿਤੇ ਇਕਾਂਤ 'ਚ ਬੈਠ ਕੇ ਇਮਾਨਦਾਰੀ ਦੇ ਨਾਲ ਜੋ ਕੁਝ ਤੁਹਾਡੇ ਕੋਲ ਉਹਨੂੰ ਗਿਣਨਾ ਸ਼ੁਰੂ ਕਰ ਦਿਓ। ਅੱਜ ਤੱਕ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਉਹਨੂੰ ਗਿਣੋ। ਸਾਨੂੰ ਕਿੰਨੀ ਕੀਮਤੀ ਜ਼ਿੰਦਗੀ ਦਿੱਤੀ ਹੈ। ਸਾਨੂੰ ਤੰਦਰੁਸਤੀ ਦਿੱਤੀ ਵਾਹਿਗੁਰੂ ਜੀ ਨੇ। ਸਾਨੂੰ ਸੋਹਣੇ ਘਰ ਦਿੱਤੇ ਨੇ, ਸਾਨੂੰ ਖਾਣ ਪੀਣ ਲਈ ਪਦਾਰਥ ਦਿੱਤੇ ਨੇ, ਸੋਹਣੀਆਂ ਗੱਡੀਆਂ ਕਾਰਾਂ ਦਿੱਤੀਆਂ ਨੇ, ਸੋਹਣੇ ਨਗਰਾਂ 'ਚ ਰਹਿ ਰਹੇ ਹਾਂ, ਸੋਹਣੇ ਆਪਾਂ ਸਥਾਨ ਤੇ ਰਹਿ ਰਹੇ ਹਾਂ, ਸੋਹਣੀ ਧਰਤੀ ਤੇ ਰਹਿ ਰਹੇ ਹਾਂ, ਧੀਆਂ ਪੁੱਤਰ ਦਿੱਤੇ ਨੇ, ਰਿਸ਼ਤੇਦਾਰ ਦਿੱਤੇ ਨੇ, ਸਾਨੂੰ ਰੁਤਬੇ ਦਿੱਤੇ ਨੇ। ਜੋ ਕੁਝ ਰੱਬ ਨੇ ਦਿੱਤਾ ਹੈ ਉਹ ਅਮੋਲ ਹੈ। ਅਮੋਲ ਦਾ ਅਰਥ ਕਿ ਉਹ ਬਾਹਰੋਂ ਮੁੱਲ ਨਹੀਂ ਮਿਲ ਸਕਦਾ ਜੋ ਰੱਬ ਨੇ ਦਿੱਤਾ। ਤੁਸੀਂ ਕਿਤੇ ਬੱਚੇ ਬਾਹਰੋਂ ਖਰੀਦ ਲਓਗੇ, ਤੰਦਰੁਸਤੀ ਖਰੀਦ ਲਓਗੇ, ਕਿਤੇ ਤੁਸੀਂ ਆਪਣੀ ਅੱਖਾਂ ਦੀ ਦ੍ਰਿਸ਼ਟੀ ਖਰੀਦ ਲਓਗੇ। ਤੁਸੀਂ ਜੋ ਕੁਝ ਰੱਬ ਨੇ ਦਿੱਤਾ ਉਹ ਅਣਗਿਣਤ ਤਾਂ ਹੈ ਹੀ ਹੈ, ਉਹ ਅਮੋਲ ਵੀ ਹੈ। ਜਦੋਂ ਆਪਾਂ ਇੱਧਰ ਨਜ਼ਰ ਮਾਰਾਂਗੇ ਅਸੀਂ ਮਹਿਸੂਸ ਕਰਾਂਗੇ ਅਸੀਂ ਇਸ ਧਰਤੀ ਦੇ ਰਾਜੇ ਹਾਂ, ਸਾਡੇ ਕੋਲ ਸਭ ਕੁਝ ਹੈ। ਪਰ ਸਾਡਾ ਇੱਕ ਸੁਭਾਅ ਹੈ 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਬਖੋਟ ਗਵਾਰ। ਦੁੱਖ ਦਾ ਕਾਰਨ ਕੀ ਹੈ? ਰੱਬ ਨੇ ਤੇ ਕੋਈ ਦੁੱਖ ਨਹੀਂ ਦਿੱਤਾ। ਰੱਬ ਨੇ ਜ਼ਿੰਦਗੀ ਦੁੱਖਾਂ ਲਈ ਬਣਾਈ ਨਹੀਂ ਹੈ। ਇਹ ਜ਼ਿੰਦਗੀ ਤੇ ਸੁੱਖਾਂ ਲਈ ਬਣਾਈ ਹੈ। ਦੁੱਖ ਨਾਂ ਦੀ ਚੀਜ਼ ਰੱਬ ਦੇ ਲੇਖੇ 'ਚ ਨਹੀਂ ਹੈਗੀ। ਇਹ ਸਾਡੀ ਅਗਿਆਨਤਾ ਹੈ। ਕੁਝ ਅਖੌਤੀ ਧਾਰਮਿਕ ਲੋਕਾਂ ਨੇ ਉਹ ਅਗਿਆਨਤਾ ਸਾਡੀ ਸੁਰਜ ਭਰ ਦਿੱਤੀ। ਉਹ ਰੱਬ ਨਾਰਾਜ਼ ਹੋ ਗਿਆ, ਰੱਬ ਨੇ ਤੇਰੇ ਤੇ ਬੜੇ ਜ਼ੁਲਮ ਕਰਨਾ ਹੀ, ਉਹ ਰੱਬ ਨੇ ਤੈਨੂੰ ਇਹ ਸਜ਼ਾ ਦੇਣੀ, ਉਹ ਰੱਬ ਤੇਰੇ ਤੇ ਜੈ ਕਰੇਗਾ, ਉਹ ਕਰੇਗਾ। ਇਹ ਅਖੌਤੀ ਧਾਰਮਿਕ ਲੋਕਾਂ ਦੀਆਂ ਗੱਲਾਂ ਨੇ। ਰੱਬ ਕਦੀ ਕਿਸੇ ਨੂੰ ਸਜ਼ਾ ਨਹੀਂ ਦਿੰਦਾ। ਰੱਬ ਕਦੀ ਕਿਸੇ ਨਾਲ ਨਾਰਾਜ਼ ਨਹੀਂ ਹੁੰਦਾ। ਰੱਬ ਤਾਂ ਹਮੇਸ਼ਾ ਹੀ ਆਨੰਦ ਚ ਰਹਿੰਦਾ ਹੈ। ਰੱਬ ਤਾਂ ਮਿਹਰਬਾਨ ਸਾਹੇ ਮੇਰਾ ਮਿਹਰਬਾਨ ਜੀ ਸਗਲ ਕੋ। ਜਦੋਂ ਸਗਲ ਦੀ ਗੱਲ ਹੈ ਚੋਰਾਂ ਨੂੰ ਵੀ ਮਾੜਿਆਂ ਨੂੰ ਵੀ ਦਾਨ ਦੇਈ ਚੱਲਿਆ ਜਾਂਦਾ। ਰੱਬ ਦਿਆਲੂ ਹੈ। ਪਰ ਸਜ਼ਾ ਕਦੋਂ ਮਿਲਦੀ ਹੈ ਜਾਂ ਆਪਾਂ ਦੁਖੀ ਕਦੋਂ ਹੁੰਦੇ ਹਾਂ? ਦੁਖੀ ਅਸੀਂ ਉਦੋਂ ਹੁੰਦੇ ਹਾਂ ਜੋ ਅਸੀਂ ਚਾਹੁੰਦੇ ਹਾਂ, ਜਿੰਨਾ ਅਸੀਂ ਚਾਹੁੰਦੇ ਹਾਂ, ਜਦੋਂ ਅਸੀਂ ਚਾਹੁੰਦੇ ਹਾਂ। ਜਦੋਂ ਨਹੀਂ ਮਿਲਦਾ ਅਸੀਂ ਦੁਖੀ ਹੋ ਜਾਂਦੇ। ਹੋਰ ਕੀ ਹੈ? ਦੇਖੋ ਨਾ, ਸਭ ਕੁਝ ਹੁੰਦਾ ਹੈ, ਕਾਰੋਬਾਰ ਵਧੀਆ ਨੇ, ਸਭ ਕੁਝ ਹੈ, ਤੰਦਰੁਸਤੀ ਹੈ, ਪਰ ਬੜੇ ਪਰੇਸ਼ਾਨ ਅਸੀਂ। ਜੇ ਪੁੱਛਿਆ ਤੇ ਪਤਾ ਲੱਗਾ ਉਹ ਫਲਾਣਾ ਕੰਮ ਸ਼ੁਰੂ ਕੀਤਾ ਸੀ, ਉਹ 'ਚ ਇੰਨਾ ਘਾਟਾ ਪੈ ਗਿਆ। ਹਾਲਾਂਕਿ ਉਹ ਕੰਮ ਕਰ ਖੜਾ ਹੈ, ਦੁਕਾਨ ਖੜੀ ਹੈ, ਬਿਜ਼ਨਸ ਖੜਾ, ਘਾਟਾ ਪੈ ਗਿਆ, ਅਸੀਂ ਦੁਖੀ ਹੋ ਗਏ। ਇਹਦਾ ਮਤਲਬ ਕਿ ਜੋ ਅਸੀਂ ਚਾਹੁੰਦੇ ਸਾਂ ਉਹ ਪੂਰਾ ਨਹੀਂ ਹੋਇਆ ਤੇ ਅਸੀਂ ਦੁਖੀ ਹੋ ਗਏ। ਜਿੰਨਾ ਅਸੀਂ ਚਾਹੁੰਦੇ ਸਾਂ ਨਹੀਂ ਮਿਲਿਆ ਤੇ ਦੁਖੀ ਹੋ ਗਏ। ਜਦੋਂ ਅਸੀਂ ਚਾਹੁੰਦੇ ਸਾਂ ਨਹੀਂ ਮਿਲਿਆ। ਦੁੱਖ ਦਾ ਕਾਰਨ ਤਾਂ ਇਹ ਹੈ। ਤੇ ਜੇ ਆਪਾਂ ਕਹੇ ਚਲੋ ਜੀ ਆਪਾਂ ਬੜੀ ਮਿਹਨਤ ਕੀਤੀ, ਕੋਈ ਨਹੀਂ, ਰੱਬ ਦੀ ਮੌਜ ਹੈ, ਫਿਰ ਮਿਲ ਜਾਏਗਾ ਤੇ ਆਪੇ ਸੁੱਖ ਆ ਗਿਆ। ਜੇ ਕਹਿ ਦਈਏ ਕੋਈ ਗੱਲ ਨਹੀਂ, ਫਿਰ ਆਪਾਂ ਮਿਹਨਤ ਕਰਾਂਗੇ, ਮਿਲ ਜਾਏਗਾ ਤੇ ਸੁੱਖ ਆ ਗਿਆ। ਤੇ ਜੇ ਉਹਨੂੰ ਹੀ ਆਪਾਂ ਸੋਚਣ ਲੱਗ ਪਏ ਤੇ ਆਪੇ ਡਿਪਰੈਸ਼ਨ ਦੀ ਤੇ ਗੱਲ ਇੱਥੋਂ ਸ਼ੁਰੂ ਹੋਣੀ ਹੈ। ਸੋਚੀ ਜਾਓ, ਦੁਖੀ ਹੋਈ ਜਾਓ। ਇਹ ਜੋ ਸਮਾਂ ਚੱਲ ਰਿਹਾ ਇਹ ਡਿਪਰੈਸ਼ਨ ਦਾ ਯੁੱਗ ਹੈ। ਇਸ ਵੇਲੇ ਆਪਾਂ ਸੋਚਾਂ 'ਚ ਹੀ ਪੈ ਰਹੇ ਨੇ ਹਰ ਵੇਲੇ।
ਇਹਨਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਕੀ ਬਾਣੀ ਨੂੰ ਪੜ੍ਹਦਿਆਂ ਗੁਰੂ ਕੇ ਇਹ ਬਚਨ ਚੇਤੇ ਕਰਿਆ ਕਰੋ। ਸਿਰ ਸੇ ਰਿਜ਼ਕ ਸਮਾਹੇ ਠਾਕਰ ਕਾਹੇ ਮਨ ਭੋ ਕਰਿਆ, ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜ਼ਕ ਆਗੇ ਕਰ ਤਰਿਆ। ਊੜੇ ਉਡਾਵੇ ਸੈ ਕੋਸਾਂ ਤੇ ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਗੁਰਦੇਵ ਕਹਿੰਦੇ ਜਦੋਂ ਗੁਰੂ ਕੋਲ ਆਏ ਪਤਾ ਲੱਗਾ ਅਸੀਂ ਵਾਹਿਗੁਰੂ ਜੀ ਦੇ ਭਾਣੇ 'ਚ ਪਿਆਰ ਜੁੜ ਗਏ ਤਾਂ ਜਾਂ ਤਿਸ ਭਾਣਾ ਤਾਂ ਸਭ ਫਿਲ ਪਾਏ। ਜਦੋਂ ਰੱਬ ਦੀ ਰਜਾ 'ਚ ਆ ਗਏ ਤੇ ਸਭ ਕੁਝ ਹੀ ਮਿਲ ਗਿਆ, ਕਿਉਂਕਿ ਉਦੋਂ ਰੱਬ ਨਾਲ ਸਾਂਝ ਬਣ ਗਈ। ਫਿਰ ਪਤਾ ਲੱਗਾ ਕਿ ਰੱਬ ਨੂੰ ਤੇ ਸਾਡੀ ਪਹਿਲਾਂ ਬੜੀ ਚਿੰਤਾ, ਐਵੇਂ ਅਸੀਂ ਦੁਖੀ ਹੋਏ ਚਲੇ ਜਾਂਦੇ। ਰੱਬ ਤੇ ਸਾਡਾ ਧਿਆਨ ਹੀ ਬੜਾ ਰੱਖਦਾ। ਸਾਹਿਬ ਜੀ ਕਹਿੰਦੇ ਚਿੰਤ ਗਈ ਲਗ ਸਤਿਗੁਰ ਪਾਏ। ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਗਏ ਸਾਡੀਆਂ ਚਿੰਤਾਵਾਂ ਹੀ ਮੁੱਕ ਗਈਆਂ। ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਚਰਨਾਂ ਦਾ ਅਰਥ ਗੁਰੂ ਕੇ ਸ਼ਬਦ ਨਾਲ। ਗੁਰੂ ਦੇ ਚਰਨ ਨੇ, ਗੁਰੂ ਕੇ ਪੈਰ ਨੇ, ਗੁਰੂ ਕੇ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਕੇ ਸ਼ਬਦ ਨਾਲ ਜਦੋਂ ਸਾਂਝ ਬਣੀ, ਜੁੜਨਾ ਤੇ ਸੁਰਤ ਨੇ ਹੈ, ਸਰੀਰ ਦੇ ਜੁੜਨਾ ਤੇ ਕੋਈ ਫਰਕ ਨਹੀਂ ਪੈਣਾ। ਸਰੀਰ ਕਰਕੇ ਜਿੰਨਾ ਮਰਜ਼ੀ ਅਸੀਂ ਮੱਥਾ ਟੇਕੀ ਜਾਈਏ, ਸਤਿਗੁਰੂ ਜੀ ਕਹਿੰਦੇ ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੈ ਕਸੁਦੇ ਜਾਏ। ਇਹ ਝੁਕਣਾ ਇੱਕ ਅਦਬ ਹੈ, ਗੁਰੂ ਕੋਲ ਆ ਕੇ ਮੁਬਾਰਕ ਹੈ। ਲੇਕਿਨ ਦਰਅਸਲ ਜੁੜਨ ਦਾ ਅਰਥ ਹੈ ਗੁਰੂ ਦੇ ਚਰਨਾਂ ਨਾਲ ਕਿ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਏ। ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇ, ਸਤਿਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਜ਼ਿੰਦਗੀ ਦੇ ਵਿੱਚੋਂ ਚਿੰਤਾ ਮੁੱਕ ਗਈ, ਕਿਉਂਕਿ ਗੁਰੂ ਕੇ ਸ਼ਬਦ ਚੋਂ ਸਾਨੂੰ ਗਿਆਨ ਮਿਲਿਆ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਗੁਰੂ ਕੇ ਸ਼ਬਦ ਨੇ ਸਾਨੂੰ ਇਹ ਸੋਝੀ ਦਿੱਤੀ, ਨਾ ਕਰ ਚਿੰਤ ਚਿੰਤਾ ਹੈ ਕਰਤੇ ਹੋ। ਰੱਬ ਨੂੰ ਤੇਰੀ ਚਿੰਤਾ ਹੈ। ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇ ਸਾਡੀਆਂ ਚਿੰਤਾਵਾਂ ਮਿਟ ਗਈਆਂ, ਸਾਰੀਆਂ ਸੋਚਾਂ ਖਤਮ ਹੋ ਗਈਆਂ। ਹਰਾਮ ਖੋਰ ਨਿਰਗਣ ਕਉ ਤੂਠਾ। ਭਈ ਅਸੀਂ ਜੀਵ ਜਿਹੜੇ ਆ, ਹਰਾਮ ਖੋਰ ਦਾ ਅਰਥ ਹੁੰਦਾ ਕਿ ਹਰਾਮ ਦਾ ਖਾਣ ਵਾਲੇ, ਦੂਜਿਆਂ ਦੀ ਕਮਾਈ ਤੇ ਪਲਣ ਵਾਲੇ। ਸਾਡਾ ਇਹ ਸੁਭਾਅ ਹੈ, ਅਸੀਂ ਔਗਣਾ ਤੋਂ ਹੀਣੇ ਆ। ਲੇਕਿਨ ਉਹ ਵਾਹਿਗੁਰੂ ਇੰਨਾ ਦਿਆਲੂ ਹੈ ਕਿ ਸਾਡੇ ਤੇ ਜਿਹੜੇ ਅਸੀਂ ਔਗਣਾ ਨਾਲ ਭਰੇ ਆ, ਨਿਤ ਅਸੀਂ ਦੂਜਿਆਂ ਦੀ ਕਮਾਈ ਤੇ ਪਲਣ ਵਾਲੇ ਆ, ਅਸੀਂ ਹਰਾਮਖੋਰੀ ਕਰਨ ਤੇ ਤੁਲੇ ਹੋਏ ਆ। ਵਾਹਿਗੁਰੂ ਸਾਡੇ ਤੇ ਵੀ ਤੁਰਦਾ ਹੈ, ਸਾਡੇ ਤੇ ਵੀ ਦਇਆ ਦ੍ਰਿਸ਼ਟੀ ਕਰਦਾ ਹੈ। ਮਨ ਤਨ ਸੀਤਲ ਮਨ ਅੰਮ੍ਰਿਤ ਊਠਾ। ਜਦੋਂ ਗੁਰੂ ਰਾਹੀਂ ਗੁਰੂ ਕਾ ਦਿੱਤਾ ਹੋਇਆ ਨਾਮ ਅੰਮ੍ਰਿਤ ਹਿਰਦੇ 'ਚ ਵਸ ਗਿਆ, ਸਾਡਾ ਮਨ ਸਾਡਾ ਤਨ ਸੀਤਲ ਹੋ ਗਿਆ। ਗੁਰੂ ਕੇ ਸ਼ਬਦ ਨੂੰ ਕੰਨਾਂ ਨਾਲ ਸੁਣਾਂਗੇ, ਗੁਰੂ ਕੇ ਸ਼ਬਦ ਨੂੰ ਰਸਨਾ ਨਾਲ ਪੜ੍ਹਾਂਗੇ, ਗੁਰੂ ਕੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਵਸਾਵਾਂਗੇ। ਭਗਤ ਜੀ ਨੇ ਗੱਲ ਕਹੀ ਸੀ, ਰਸਨਾ ਰਮਤ ਸਵਰਨ ਸਰਵਨ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ। ਰਸਨਾ ਨਾਲ ਚੇਤੇ ਕਰ ਲਈਏ, ਕੰਨਾਂ ਨਾਲ ਸੁਣ ਲਈਏ, ਚਿੱਤ ਨਾਲ ਚੇਤੇ ਕਰ ਲਈਏ, ਸੁਖ ਹੀ ਸੁਖ ਮਿਲੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ। ਇਹ ਹੈ ਗੁਰੂ ਕੇ ਪਿਆਰ 'ਚ ਜੁੜਨਾ। ਮੁੱਖ ਤੋਂ ਗੁਰੂ ਕੇ ਬਚਨਾਂ ਨੂੰ ਚੇਤੇ ਕਰਨਾ, ਕੰਨਾਂ ਨਾਲ ਗੁਰੂ ਕੇ ਬਚਨਾਂ ਨੂੰ ਸੁਣਨਾ, ਸੁਰਤ ਕਰਕੇ ਗੁਰੂ ਕੇ ਬਚਨਾਂ ਨੂੰ ਚੇਤੇ ਰੱਖਣਾ। ਜਦੋਂ ਇਵੇਂ ਕਰਾਂਗੇ, ਸਤਿਗੁਰੂ ਜੀ ਕਹਿੰਦੇ ਨੇ ਮਨ ਤਨ ਐਨ ਠੰਡਾ ਠਾਰ ਹੋ ਜਾਏਗਾ। ਦੇਖੋ ਸੁਰਤ ਵਿੱਚ ਕੋਈ ਬੁਰੀਆਂ ਗੱਲਾਂ ਆਈ ਜਾਣ, ਹੰਕਾਰ ਦੀਆਂ ਈਰਖਾਂ ਦੀਆਂ ਗੱਲਾਂ ਆਈ ਜਾਣ, ਉਦਾਂ ਹੀ ਬੰਦਾ ਬੇਚੈਨ ਹੋਈ ਜਾਂਦਾ। ਚੰਗਾ ਭਲਾ ਬੰਦਾ, ਕੋਈ ਰੋਗ ਨਹੀਂ ਹੈ, ਕੋਈ ਪਰੇਸ਼ਾਨੀ, ਬੇਚੈਨ ਹੋਈ ਚਲਿਆ ਜਾਂਦਾ, ਮੱਥੇ ਤੇ ਤਿਊੜੀਆਂ ਪਾਈ ਚਲਿਆ ਜਾਂਦਾ। ਤੇ ਮਨ ਵਿੱਚ ਵਾਹਿਗੁਰੂ ਜੀ ਦਾ ਪਿਆਰ ਆ ਜਾਏ, ਮਨ 'ਚ ਗੁਰੂ ਕਾ ਕੋਈ ਸ਼ਬਦ ਟਿਕ ਜਾਏ, ਸਰੀਰ ਜਿਹੜਾ ਹੌਲਾ ਫੁੱਲ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਦੋਂ ਮੇਰੀ ਸੁਰਤ ਗੁਰੂ ਕੇ ਸ਼ਬਦ ਨਾਲ ਜੁੜੀ, ਮੇਰੇ ਅੰਦਰ ਅੰਮ੍ਰਿਤ ਵਰਸ ਗਿਆ, ਮੇਰਾ ਅੰਦਰ ਜਿਹੜਾ ਅੰਮ੍ਰਿਤ ਨਾਲ ਭਰ ਗਿਆ, ਮਨ ਕਰਕੇ ਤਨ ਕਰਕੇ ਮੈਂ ਸੀਤਲ ਹੋ ਗਿਆ। ਪਾਰ ਬ੍ਰਹਮ ਗੁਰ ਭੈ ਦਿਆਲਾ। ਭਈ ਗੁਰੂ ਕੇ ਬਚਨ ਜਦੋਂ ਮੇਰੇ ਹਿਰਦੇ 'ਚ ਵਸੇ, ਉਹ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਹੋ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ। ਗੁਰੂ ਦੀ ਬਖਸ਼, ਗੁਰੂ ਅਮਰਦਾਸ ਜੀ ਇੱਕ ਬਚਨ ਕਿਆ ਕਰਦੇ ਸਨ, ਜਿਹਦੇ ਤੇ ਗੁਰੂ ਪ੍ਰਸੰਨ, ਉਹਦੇ ਤੇ ਪ੍ਰਭੂ ਪ੍ਰਸੰਨ। ਜਿਹਦੇ ਤੇ ਗੁਰੂ ਕੀ ਪ੍ਰਸੰਨਤਾ ਨਹੀਂ ਹੈ, ਉਹ ਪ੍ਰਭੂ ਦੀ ਪ੍ਰਸੰਨਤਾ ਕਿੱਥੋਂ ਲਏਗਾ? ਜਿਹਨੂੰ ਗੁਰੂ ਕੇ ਬਚਨ ਮਿੱਠੇ ਨਹੀਂ ਲੱਗਦੇ, ਜਿਹਨੂੰ ਗੁਰੂ ਦੀ ਰਜ਼ਾ ਮਿੱਠੀ ਨਹੀਂ ਲੱਗਦੀ, ਉਹਨੂੰ ਰੱਬ ਦੀ ਰਜ਼ਾ ਕਿੱਥੋਂ ਮਿੱਠੀ ਲੱਗੇਗੀ? ਦੇਖੋ, ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ, ਹੁਕਮ ਰਜਾਈ ਚੱਲਣਾ। ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਿਆ ਉਹਦੀ ਰਹਿਮਤ ਪ੍ਰਾਪਤ ਕਰ ਸਕਦੇ ਹਾਂ। ਪਰ ਵਾਹਿਗੁਰੂ ਜੀ ਦੇ ਭਾਣੇ ਨੂੰ ਸਮਝੀਏ ਕਿਵੇਂ? ਵਾਹਿਗੁਰੂ ਜੀ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ, ਉਹਦਾ ਕੋਈ ਆਕਾਰ ਨਹੀਂ ਹੈ, ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਪਾਤ ਨਹੀਂ ਹੈ। ਉਹਦੀ ਰਜ਼ਾ ਦਾ ਕਿਵੇਂ ਪਤਾ ਲੱਗੇਗਾ?
ਉਹਦੀ ਰਜਾ ਦਾ ਪਤਾ ਲਾਉਣ ਦਾ ਤਰੀਕਾ ਹੈ ਗੁਰੂ ਕੋਲ ਆ ਜਾਓ। ਜਿਵੇਂ ਅਸੀਂ ਕੋਈ ਵੀ ਕੰਮ ਕਰਨਾ ਹੋਏ ਨਾ, ਲੈਬਾਰਟਰੀ 'ਚ ਪਹਿਲਾਂ ਉਹਦਾ ਐਕਸਪੈਰੀਮੈਂਟ ਕਰਦੇ ਹਾਂ, ਤਜਰਬਾ ਕਰਦੇ ਹਾਂ ਆਪਾਂ। ਵੱਡੇ ਵੱਡੀਆਂ ਮਸ਼ੀਨਾਂ, ਵੱਡੇ ਵੱਡੇ ਜਹਾਜ਼ ਕੋ ਪਹਿਲੇ ਦਿਨ ਨਹੀਂ ਬਣ ਕੇ ਉੱਡ ਕੇ ਆਕਾਸ਼ ਵਿੱਚ, ਉਹਦਾ ਪਹਿਲਾਂ ਲੈਬਾਰਟਰੀਆਂ 'ਚ ਤਜਰਬੇ ਕੀਤੇ ਗਏ, ਨਿੱਕੇ ਪੱਧਰ 'ਤੇ ਮਾਡਲ ਬਣਦਿਆਂ ਆਪਾਂ ਦੇਖਦੇ ਕਿੱਥੇ ਪਹੁੰਚ ਗਿਆ ਅੱਜ ਦਾ ਹਵਾਈ ਜਹਾਜ਼, ਕਿੰਨੀਆਂ ਸਵਾਰੀਆਂ ਨੂੰ ਲੈ ਕੇ, ਭਾਰ ਨੂੰ ਲੈ ਕੇ ਕਿੰਨਾ ਸਫ਼ਰ ਤੈਅ ਕਰ ਜਾਂਦਾ, ਮਿੰਟਾਂ ਸਕਿੰਟਾਂ 'ਚ ਕਿੱਡੀ ਦੂਰ ਚਲਿਆ ਜਾਂਦਾ। ਬਿਲਕੁਲ ਇੱਦਾਂ ਰੱਬ ਦੀ ਰਜ਼ਾ ਨੂੰ ਸਮਝਣ ਦੇ ਲਈ ਗੁਰੂ ਕੋਲ ਆ ਕੇ ਗੁਰੂ ਦੀ ਰਜ਼ਾ 'ਚ ਚੱਲਣ ਦਾ ਇੱਕ ਐਕਸਪੈਰੀਮੈਂਟ ਕਰਨਾ ਪਏਗਾ। ਗੁਰੂ ਦੇ ਕੋਲ ਆ ਕੇ ਸ਼ਬਦ ਵਿੱਚ ਜੁੜਨ ਦਾ ਇੱਕ ਤਜਰਬਾ ਕਰਨਾ ਪਏਗਾ। ਔਰ ਗੁਰਬਾਣੀ ਨੇ ਇੱਕ ਬਹੁਤ ਵਧੀਆ ਮਾਰਗ ਦਿੱਤਾ ਹੈ ਪ੍ਰਮਾਤਮਾ ਦੇ ਪਿਆਰ ਜੁੜਨ ਦਾ। ਆਪਾਂ ਕਹਿੰਦੇ ਕਿ ਮਨ ਜੁੜਦਾ ਨਹੀਂ ਜੀ ਨਾਮ ਦੇ ਨਾਲ। ਦਰਅਸਲ ਕੰਮ ਉਦੋਂ ਖਰਾਬ ਹੁੰਦਾ ਜਦੋਂ ਨਾਮ ਨੂੰ ਤੇ ਗੁਰਬਾਣੀ ਨੂੰ ਅਸੀਂ ਵੱਖਰੀਆਂ ਗਿਣ ਲੈਂਦੇ ਹਾਂ। ਹੁਣ ਤੇ ਬਹੁਤਾ ਹੀ ਕਹਿਣ ਲੱਗ ਪਏ ਨਾਮ ਜਪੀ ਜਾਓ ਜੀ, ਬਾਣੀ ਪੜ੍ਹਨ ਦੀ ਲੋੜ ਨਹੀਂ ਹੈ। ਬਹੁਤ ਨੇ ਸਾਡੇ ਆਲੇ ਦੁਆਲੇ ਲੋਕ ਨਾਮ ਜਪੀ ਜਾਓ, ਕਈ ਕਹਿੰਦੇ ਸਵੇਰੇ ਸਿਮਰਨ ਕਰ ਲਿਆ ਜੀ, ਹੁਣ ਗੁਰਦੁਆਰੇ ਆਉਣ ਦੀ ਲੋੜ ਨਹੀਂ ਹੈ, ਅਸੀਂ ਸਵੇਰੇ ਸਿਮਰਨ ਕਰ ਲਿਆ। ਸਾਡਾ ਦੋ ਤਰ੍ਹਾਂ ਦਾ ਨਿਤਨੇਮ, ਇੱਕ ਜਾਤੀ ਤੇ ਇੱਕ ਜਮਾਤੀ, ਇੱਕ ਨਿੱਜੀ ਤੇ ਇੱਕ ਸੰਗਤੀ। ਜਾਤੀ ਨਿਤਨੇਮ ਹੈ, ਘਰੇ ਬੈਠ ਕੇ ਵਾਹਿਗੁਰੂ ਜੀ ਦੇ ਧਿਆਨ 'ਚ ਜੁੜੋ, ਸਿਮਰਨ ਕਰੋ, ਆਪਣਾ ਨਿਤਨੇਮ ਕਰੋ, ਇਹ ਸਾਡਾ ਜਾਤੀ ਹੈ। ਤੁਸੀਂ ਕਿੰਨੀ ਬਾਣੀ ਪੜ੍ਹਦੇ, ਵੱਧ ਤੋਂ ਵੱਧ ਬਹੁਤ ਹੀ ਭਾਗਾਂ ਵਾਲੇ ਹੋ, ਜਿੰਨੇ ਵੀ ਪੜ੍ਹਦੇ ਹੋ ਭਾਗਾਂ ਵਾਲੇ ਹੋ, ਇਹ ਸਾਡਾ ਜਾਤੀ ਨਿਤਨੇਮ ਹੈ। ਲੇਕਿਨ ਗੁਰਦੁਆਰੇ ਸਾਡਾ ਜਮਾਤੀ ਕਾਰਜ ਹੈ। ਜਮਾਤੀ ਦਾ ਅਰਥ ਹੈ ਸੰਗਤੀ ਕਾਰਜ। ਇੱਥੇ ਆ ਕੇ ਆਪਾਂ ਗੁਰਬਾਣੀ ਦਾ ਕੀਰਤਨ ਸੁਣਨਾ ਰਲ ਕੇ, ਇੱਥੇ ਬੈਠ ਕੇ ਗੁਰਬਾਣੀ ਦੀ ਵਿਚਾਰ ਕਰਨੀ ਰਲ ਕੇ, ਇੱਥੇ ਬੈਠ ਕੇ ਆਪਾਂ ਗੁਰਬਾਣੀ ਸੁਣ ਲਈ ਆਉਂਦੇ ਹਾਂ। ਉਹ ਕਈ ਵੇਰਾਂ ਕੀ ਹੁੰਦਾ, ਇੱਕ ਹੁੰਦਾ ਹੋਮਵਰਕ ਹੁੰਦਾ, ਇੱਕ ਹੈ ਕਲਾਸ ਵਰਕ। ਕਈ ਲੋਕ ਜਿਹੜਾ ਨਾ ਹੋਮਵਰਕ ਜਿਹੜਾ ਸਕੂਲ 'ਚ ਹੀ ਕਰਦੇ, ਜਿਹੜਾ ਸਕੂਲ 'ਚ ਆ ਕੇ ਹੋਮਵਰਕ ਕਰੇਗਾ ਉਹ ਕਿੰਨਾ ਕੁ ਇੰਟੈਲੀਜੈਂਟ ਹੋਏਗਾ ਜੀ। ਅਸੀਂ ਬੜਾ ਸੋਚਦੇ ਬੜਾ ਸ਼ਰਧਾਲੂ ਐ, ਥੰਮ ਨਾਲ ਲਾ ਕੇ ਗੁਟਕਾ ਫੜ ਕੇ ਪਾਠ ਕਰੇ, ਬੜਾ ਸ਼ਰਧਾਲੂ। ਉੱਧਰ ਕੀਰਤਨ ਹੋ ਰਿਹਾ, ਕੋਈ ਉਹ ਨੁਕਰੇ ਲੁਕਿਆ ਹੁੰਦਾ, ਕੋਈ ਕਿਤੇ ਚੱਲ ਜਾਓ, ਹਰਿਮੰਦਰ ਸਾਹਿਬ ਵੀ ਚੱਲ ਜਾਓ, ਬੈਠੇ ਹੁੰਦੇ ਉੱਪਰ ਨੁਕਰਾਂ ਤੇ ਚੜ ਕੇ। ਇਹ ਸ਼ਰਧਾ ਨਹੀਂ ਹੈ। ਬਾਣੀ ਪੜ੍ਹਨ ਵਾਲਾ ਤੇ ਭਾਗਾਂ ਵਾਲਾ ਸਤਿਕਾਰਯੋਗ ਹੈ, ਉਹਨੂੰ ਨਮਸਕਾਰ ਹੈ। ਪਰ ਨਿਤਨੇਮ ਸਾਡਾ ਜਾਤੀ ਹੈ, ਉਹਨੂੰ ਘਰ 'ਚ ਆਪਾਂ ਬਾਣੀ ਪੜ੍ਹੀਏ, ਵੱਧ ਤੋਂ ਵੱਧ ਪੜ੍ਹੀਏ, ਸਿਮਰਨ ਕਰੀਏ। ਪਰ ਜਦੋਂ ਆਪਾਂ ਗੁਰੂ ਕੋਲ ਆ ਗਏ, ਉੱਥੇ ਆ ਕੇ ਤੇ ਸਾਡੀ ਸੁਰਤ ਸ਼ਬਦ ਵਿੱਚ ਜੋ ਗਾਇਆ ਜਾ ਰਿਹਾ ਉਹਦੇ 'ਚ ਹੋਣੀ ਚਾਹੀਦੀ ਹੈ। ਹੁਣ ਤੁਸੀਂ ਅਦਾਲਤ 'ਚ ਚਲੇ ਜਾਓ, ਅਦਾਲਤ 'ਚ ਜੱਜ ਕੁਝ ਬੋਲ ਰਿਹਾ ਤੇ ਤੁਸੀਂ ਆਪਣੀ ਕਿਤਾਬ ਲੈ ਕੇ ਵੱਖਰੇ ਬੈਠੇ ਰਹੋ, ਉਹ ਅਦਾਲਤ ਦਾ ਕੋਈ ਸਤਿਕਾਰ ਹੈ? ਹੁਣ ਗੁਰੂ ਕੋਲ ਆ ਕੇ ਕੋਈ ਕਿਤੇ ਬੈਠਾ ਹੈ, ਕੋਈ ਕਿਤੇ ਬੈਠਾ ਹੈ, ਕੋਈ ਗੱਲਾਂ ਹੀ ਕਰੀ ਜਾ ਰਿਹਾ, ਇਹ ਗੁਰੂ ਦਾ ਸਤਿਕਾਰ ਹੈ ਕੋਈ? ਗੁਰੂ ਕੋਲ ਆ ਕੇ ਤੇ ਸਾਡੀ ਸੁਰਤ ਵਿੱਚ ਕੇਵਲ ਗੁਰੂ ਦਾ ਸ਼ਬਦ ਪੈਣਾ ਚਾਹੀਦਾ ਹੈ। ਜੇ ਆਪਾਂ ਗੁਰੂ ਦਾ ਸ਼ਬਦ ਨਹੀਂ ਸੁਣ ਸਕਦੇ, ਚਲੋ ਮਜਬੂਰੀ ਹੈ, ਟਾਈਮ ਨਹੀਂ ਹੈ, ਸਰੀਰਕ ਮਜਬੂਰੀ ਹੈ, ਕੰਮਕਾਰ ਕਰਕੇ ਮਜਬੂਰੀ, ਆਪਾਂ ਬਾਹਰ ਚਲੇ ਜਾਈਏ। ਅਸੀਂ ਕਹਿੰਦੇ ਜੀ ਹੋਰ ਗੱਲਾਂ ਕਿੱਥੇ ਕਰੀਏ, ਫਿਰ ਆਪਾਂ ਕਹਿੰਦੇ ਗੱਲਾਂ ਹੀ ਇੱਥੇ ਹੁੰਦੀਆਂ ਨੇ। ਇਹਦਾ ਮਤਲਬ ਕਿ ਆਪਾਂ ਗੁਰੂ ਕੋਲ ਨਹੀਂ ਆਉਂਦੇ। ਜਦੋਂ ਅਸੀਂ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਲਵਾਂਗੇ, ਕੀ ਹੋਏਗਾ? ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਦੋਂ ਗੁਰੂ ਦਿਆਲੂ ਹੋ ਜਾਏਗਾ ਸਾਡੇ ਤੇ। ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯੁੱਗ ਤੇ ਹੈ। ਮੈਂ ਕਹਿ ਰਿਹਾ ਸਾਂ ਕਿ ਨਾਮ ਤੇ ਬਾਣੀ ਵੱਖਰੇ ਵੱਖਰੇ ਨਹੀਂ ਹੈ। ਨਾਮ ਵਿੱਚ ਤੁਸੀਂ ਜੁੜਨਾ ਹੈ ਤੇ ਗੁਰਬਾਣੀ 'ਚ ਸੁਰਤ ਜੋੜ ਲਓ। ਜਦੋਂ ਤੁਹਾਡੀ ਸੁਰਤ ਗੁਰਬਾਣੀ 'ਚ ਜੁੜ ਗਈ, ਆਟੋਮੈਟਿਕਲੀ ਨਾਮ ਵਿੱਚ ਜੁੜ ਜਾਏਗੀ। ਤੁਸੀਂ ਉੱਠਦੇ ਬੈਠਦੇ ਵਾਹਿਗੁਰੂ ਦੇ ਪਿਆਰ 'ਚ ਰੰਗੇ ਹੀ ਰਹੋਗੇ, ਜੁੜੇ ਰਹੋਗੇ, ਤੁਹਾਡਾ ਪਿਆਰ 'ਚ ਮਨ ਭਿੱਜਿਆ ਹੀ ਰਹੇਗਾ। ਜਦੋਂ ਗੁਰਬਾਣੀ ਦਾ ਗਿਆਨ ਸਮਝ ਪੈ ਗਿਆ, ਸੁਰਤ ਬਾਣੀ ਜੁੜ ਗਈ। ਇਸ ਕਰਕੇ ਗੁਰਬਾਣੀ 'ਚ ਵੀ ਸਤਿਗੁਰੂ ਜੀ ਨੇ ਕਿਹਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਜਿਹੜਾ ਜੀ ਕਰਕੇ ਬਾਣੀ ਨੂੰ ਜਾਣ ਲੇ, ਉਹਦੇ ਅੰਦਰ ਪ੍ਰਮਾਤਮਾ ਵਸ ਜਾਂਦਾ ਹੈ। ਸਾਹਿਬ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ, ਗੁਰੂ ਕੇ ਬਚਨਾਂ ਨਾਲ ਜੁੜੇ, ਉਦੋਂ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਹੋ ਗਈ। ਨਾਨਕ ਦਾਸ ਦੇਖ ਭਏ ਨਿਹਾਲਾ। ਸਾਹਿਬ ਜੀ ਕਹਿੰਦੇ, ਹੇ ਭਾਈ, ਦਾਸ ਗੁਰੂ ਕੇ ਦੀਦਾਰ ਕਰਕੇ ਆਨੰਦਿਤ ਹੋ ਗਏ, ਪ੍ਰਸੰਨ ਹੋ ਗਏ। ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਸੁਖ ਪਾਇਆ ਸਤਿਗੁਰੂ ਮਨਾਏ, ਸਫਲ ਪਾਏ ਗੁਰੂ ਤੇ ਆਏ। ਜਦੋਂ ਗੁਰੂ ਨੂੰ ਮਨਾ ਲਿਆ, ਭਾਵ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ, ਸਾਰੇ ਫਲ ਮਿਲ ਗਏ, ਸਾਰੇ ਸੁੱਖ ਮਿਲ ਗਏ, ਜੋ ਚਾਹੋ ਮਿਲ ਜਾਏਗਾ ਗੁਰੂ ਕੋਲ ਆ ਕੇ। ਗੁਰੂ ਸਾਹਿਬ ਜੀ ਨੇ ਗੱਲ ਕੀ, ਪਾਸ਼ੰ ਕ੍ਰੋਧ ਅਗਰਣੀ ਵੈ ਨਿਰਾਸ਼ੰ ਆਸ ਪੂਰਣੈ, ਨਿਰਤਨ ਪੈਤਨਵੰਤੇ ਰੋਗੀਆਂ ਰੋਗ ਖੰਡਣੈ, ਭਗਤੈ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੈ, ਪਾਰਬ੍ਰਹਮ ਪੁਰਖ ਦਇਆਲੇ ਨਾਨਕ ਗੁਰ ਸੇਵਾ ਕੇ ਨਾ ਲੱਭੇ ਤੇ। ਨਾਨਕ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭ ਸਕਦਾ, ਭਾਵ ਸਭ ਕੁਝ ਮਿਲ ਸਕਦਾ, ਪਰ ਆਪਾਂ ਗੁਰੂ ਨੂੰ ਮਨਾ ਲਈਏ। ਗੁਰੂ ਨੂੰ ਮਨਾਉਣ ਦਾ ਤਰੀਕਾ ਗੁਰੂ ਕੇ ਬਚਨ ਮੰਨੀਏ, ਗੁਰੂ ਦੇ ਦੱਸੇ ਮਾਰਗ ਤੇ ਚੱਲੀਏ। ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ, ਗੁਰੂ ਤਰੁੱਟ ਪਿਆ, ਪਰਮਾਤਮਾ ਆਪੇ ਤਰੁੱਟ ਜਾਏਗਾ। ਪਰਮਾਤਮਾ ਨੂੰ ਜੰਗਲਾਂ 'ਚ ਜਾ ਕੇ ਮਨਾਉਣ ਦੀ ਲੋੜ ਨਹੀਂ ਹੈ, ਪਰਮਾਤਮਾ ਨੂੰ ਸਰੀਰ ਨੂੰ ਕਸ਼ਟ ਦੇ ਕੇ ਲੱਭਣ ਦੀ ਲੋੜ ਨਹੀਂ ਹੈ। ਕੇਵਲ ਗੁਰੂ ਕੇ ਸ਼ਬਦਾਂ ਦੀ ਰੌਸ਼ਨੀ 'ਚ ਜ਼ਿੰਦਗੀ ਬਤੀਤ ਕਰੀਏ,
ਰਸਤਾ ਆਪਣੇ ਆਪ ਹੀ ਰੁਸਨਾਉਂਦਾ ਜਾਏਗਾ। ਆਪਣੇ ਆਪ ਮਾਰਗ ਲੱਭੇਗਾ ਕਿ ਸੁਰਤ ਕਿਵੇਂ ਜੁੜਨੀ। ਕਿਤੇ ਜੁਗਤੀਆਂ ਸਿੱਖਣ ਦੀ ਲੋੜ ਨਹੀਂ ਹੈ, ਕਿਤੇ ਐਵੇਂ ਇੱਧਰ ਉੱਧਰ ਭੱਜਣ ਭਟਕਣ ਦੀ ਲੋੜ ਨਹੀਂ। ਰੋਲ ਗੁਰੂ ਕੀ ਬਾਣੀ ਪੜ੍ਹੋ, ਗੁਰੂ ਕੀ ਬਾਣੀ ਸਮਝੋ, ਗੁਰੂ ਕੀ ਬਾਣੀ ਅਨੁਸਾਰ ਜਿਉਣ ਦਾ ਯਤਨ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਪਾਸ ਬੇਨਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਹੈ। ਸਮੁੱਚੇ ਸਿੱਖ ਜਗਤ ਵਿੱਚ ਬੜਾ ਹੁਲਾਸ ਹੁੰਦਾ ਹੈ, ਬੜੇ ਚਾਅ ਨਾਲ ਆਪਾਂ ਆਪਣੇ ਗੁਰੂ ਕੀ ਪੁਰਬ ਮਨਾਉਂਦੇ ਹਾਂ। ਇੱਥੇ ਵੀ ਪ੍ਰਭਾਤ ਫੇਰੀਆਂ ਵੀ ਸ਼ੁਰੂ ਹੋ ਗਈਆਂ ਨੇ। ਆਪਾਂ ਦੇਖਦੇ ਹਾਂ ਗੁਰੂ ਅਸਥਾਨ 'ਤੇ ਸੰਗਤਾਂ ਦੀ ਰੌਣਕ ਤਾਂ ਵਧਣੀ ਚਾਹੀਦੀ ਹੈ। ਗੁਰਪੁਰਬਾਂ ਦੀ ਖੁਸ਼ੀ 'ਚ ਆਪਾਂ ਗੁਰੂ ਘਰ ਰੋਜ਼ ਆਇਆ ਕਰੀਏ, ਗੁਰੂ ਕੀ ਸੰਗਤ 'ਚ ਬੈਠਿਆ ਕਰੀਏ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਨਾਲ ਜੁੜੀਏ, ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਸਾਰਿਆਂ ਨੂੰ ਆਪਣੇ ਦਰ ਕਰ ਤੋਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।